ਸਾਰੀਆਂ ਹੀ ਇਕਾਈਆਂ ਇੱਕਮਿਕ ਹੋ ਗਈਆਂ ਤੇ ਮੋਰਚੇ ਨੂੰ ਢਾਹ ਲਾਉਣ ਵਾਸਤੇ ਬਹੁਤ ਵੱਡੀ ਸਾਜ਼ਿਸ਼ ਕੀਤੀ ਗਈ। ਜਿਸ ਉਹੀ ਅੜਾਉਣੀਆਂ ਜਿਹੜੀਆਂ ਉਹਨਾਂ ਗਵਰਨਮੈਂਟ ਵੱਲੋਂ ਅਣਮਨੁੱਖੀ ਅੜਾਉਣੀਆਂ ਜਿਹੜੀਆਂ ਕਿ ਰੋਕਾਂ ਲਾਈਆਂ ਗਈਆਂ, ਗੋਲੀਆਂ ਮਾਰੀਆਂ ਗਈਆਂ, ਕਿੱਲ ਗੱਡੇ ਗਏ ਸੜਕਾਂ ਦੇ ਵਿੱਚ, ਠੰਡ ਮੀਂਹ ਦੇ ਵਿੱਚ ਪਾਣੀ ਠੰਡੇ ਦੇ ਨਾਲ ਬੁਛਾੜਾਂ ਕੀਤੀਆਂ ਗਈਆਂ ਪਾਣੀ ਵਾਲੀਆਂ ਗੰਨਾਂ ਦੇ ਨਾਲ, ਇਹ ਸਾਰੀਆਂ ਗੱਲਾਂ ਨੂੰ ਇੰਨੀ ਜਲਦੀ ਭੁੱਲ ਜਾਣਾ ਤੇ ਉਸ ਪਾਰਟੀ ਦੇ ਵਿੱਚ ਹੈਰਾਨੀ ਹੁੰਦੀ ਆ। ਉਹ ਬੰਦੇ ਇਦਾਂ ਦੇ ਜਾ ਰਹੇ ਆ ਜਿਹੜੇ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਨਾਲ ਆ। ਪ੍ਰੀਤ ਨੇ ਤਾਂ ਸ਼ਹਾਦਤ ਹੀ ਦੇ ਦਿੱਤੀ ਤਾਂ ਬਹੁਤ ਸਾਰੇ ਨੇ ਜਿਹੜੇ ਉਹ ਘਟਨਾਵਾਂ ਦੇ ਵਿੱਚ ਜ਼ਖਮੀ ਵੀ ਹੋਏ ਤਾਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ, ਉਹਨਾਂ ਤੇ ਤਸ਼ੱਦਦ ਢਾਏ ਗਏ। ਆਪਣੇ ਨਿੱਜ ਸਵਾਰਥ ਲਈ, ਪਰਸਨਲ ਮੁਫਾਦਾਂ ਦੇ ਲਈ ਇਹ ਜਦੋਂ ਪਾਰਟੀਆਂ ਉਹਨਾਂ ਦੇ ਵਿੱਚ ਜਾ ਰਿਹਾ ਤਾਂ ਹੁਣ ਕੋਈ ਫਰਕ ਨਹੀਂ ਰਹਿ ਗਿਆ। ਇੰਨੀ ਛੇਤੀ ਭੁੱਲ ਜਾਣਾ ਇਹ ਇੱਕ ਬਹੁਤ ਦੁਖਾਂਤ ਹੈ। ਇਸੇ ਕਰਕੇ ਰਵਾਇਤੀ ਪਾਰਟੀਆਂ ਇਹਨਾਂ ਦਾ ਫਾਇਦਾ ਲੈਂਦੀਆਂ ਆ। ਇਹ ਸੁਧਾਰ ਵੀ ਇਸੇ ਕਰਕੇ ਨਹੀਂ ਹੁੰਦਾ ਤੇ ਜਿਹੜਾ ਤੁਹਾਡਾ ਯੂਥ ਆ ਉਹ ਬਾਹਰ ਵੱਲ ਨੂੰ ਮੂਵ ਹੋਈ ਜਾ ਰਿਹਾ। ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਮੁੱਦੇ ਨਹੀਂ ਉਭਾਰੇ ਜਾਂਦੇ ਜਿਨ੍ਹਾਂ ਦੀ ਲੋੜ ਹੈ, ਜਿਨ੍ਹਾਂ ਦੀ ਸਾਡੇ ਲੋਕਾਂ ਨੂੰ ਲੋੜ ਹੈ, ਸਾਡੇ ਸਮਾਜ ਦੇ ਜੀਆਂ ਨੂੰ ਲੋੜ ਹੈ। ਸਿਰਫ ਤੇ ਸਿਰਫ ਉਹੀ ਮੁੱਦੇ ਉਭਾਰੇ ਜਾਂਦੇ ਨੇ ਜਿਹੜੇ ਕਿ ਲੋਕਾਂ ਦੀਆਂ ਕਮਜ਼ੋਰੀਆਂ ਹੁੰਦੇ ਨੇ। ਉਹਨਾਂ ਦੋਨਾਂ ਪਾਰਟੀਆਂ ਨੂੰ ਨਕਾਰਿਆ ਜਾਵੇ। ਜਿਹੜੇ ਚੰਗੇ ਚੰਗੇ ਬੰਦੇ ਆ ਉਹਨਾਂ ਨੂੰ ਹੀ ਇੱਕ ਪਰਸਨਲ ਬੰਦਿਆਂ ਦੀ ਚੰਗੀ ਛਵੀ ਨੂੰ ਦੇਖ ਕੇ ਹੀ ਵੋਟ ਪਾਉਣੀ ਚਾਹੀਦੀ ਆ, ਨਾ ਕਿ ਗਰੁੱਪਿਜ਼ਮ ਨੂੰ ਜਾਂ ਪਾਰਟੀਆਂ ਨੂੰ, ਕਿਉਂਕਿ ਉਹ ਫੇਰ ਉਹੀ ਗੱਲ ਹੁੰਦੀ ਆ ਪੁਰਾਣੀ ਟ੍ਰੇਨ ਦੇ ਮੋਹਰੇ ਜਿੱਦਾਂ ਨਵਾਂ ਇੰਜਣ ਲਾ ਕੇ ਜਿੱਧਰ ਮਰਜ਼ੀ ਤੋਰ। ਤੁਹਾਡੀਆਂ ਨਾਲੀਆਂ ਪੱਕੀਆਂ ਕਰਾ ਦਾਂਗੇ ਜੀ, ਤੁਹਾਡੀ ਗਲੀ ਠੀਕ ਕਰਵਾ ਦਾਂਗੇ ਜੀ, ਬਸ ਇਹੀ ਗੱਲਾਂ ਦੇ ਲੋਕਾਂ ਨੂੰ ਝਾਂਸੇ ਦੇ ਰਹੇ। ਇੱਕ ਪਾਸੇ ਪੁਰਾਣੇ ਡੱਬੇ ਦੇ ਮੋਹਰੇ ਇੰਜਣ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਦਾਂ ਕਾਂਗਰਸ ਪਾਰਟੀ ਦਾ ਮੈਂ ਨਾਂ ਲੈ ਹੀ ਦਿਆਂ ਤੇ ਇਦਾਂ ਹੀ ਆਮ ਆਦਮੀ ਪਾਰਟੀ ਦਾ ਸੀਗਾ ਵੀ ਜਿਹੜੇ ਉਹ ਪੁਰਾਣੇ ਡੱਬੇ ਨਕਾਰੇ ਹੋਏ ਆ ਉਹ ਉਹਨਾਂ ਨੂੰ ਟਿਕਟ ਜਾ ਕੇ ਇੱਕ ਦੂਜੇ ਨੂੰ ਇਹ ਨਹੀਂ ਦੇਖਦੇ ਵੀ ਕਿਹੜੇ ਬੰਦੇ ਨੇ ਉਸ ਇਲਾਕੇ 'ਚ ਕਿੰਨਾ ਕੁ ਕੰਮ ਕੀਤਾ ਆ। ਉਹ ਜੇ ਇੱਕ ਨੂੰ ਨਕਾਰਦਾ ਦੂਜਾ ਲੈ ਲੈਂਦਾ। ਜੇ ਉਹੀ ਬੰਦੇ ਰਹਿਣਗੇ ਆਲੇ ਦੁਆਲੇ ਉੱਥੇ ਘੁੰਮਦੇ ਰਹਿਣਗੇ ਤਾਂ ਫੇਰ ਬਦਲਾਅ ਦੀ ਜਾਂ ਚੰਗੀ ਸੋਚ ਦੀ ਜਾਂ ਚੰਗੇ ਭਵਿੱਖ ਦੀ ਕੋਈ ਬਹੁਤੀ ਆਸ ਨਹੀਂ ਬਚਣੀ। ਪਾਰਟੀਆਂ ਦੇ ਵਿੱਚ ਜਿਹੜੇ ਲੀਡਰ ਨੇ ਉਹ ਬਦਲ ਕੇ ਇੱਕ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ ਤੇ ਦੂਸਰੀਆਂ ਪਾਰਟੀਆਂ ਵਾਲੇ ਉਹਨਾਂ ਨੂੰ ਉਮੀਦਵਾਰ ਵੀ ਬਣਾ ਰਹੇ ਨੇ। ਉਹਨਾਂ ਦੇ ਨਕਾਰੇ ਹੋਏ ਬੰਦੇ ਆ ਰਵਾਇਤੀ ਪਾਰਟੀਆਂ ਦੇ, ਜਿਹਨੂੰ ਅਸੀਂ ਇੱਥੇ ਸਕ੍ਰੈਪ ਕਹਿੰਦੇ ਜਾਂ ਯੂਜ਼ਡ ਕਹਿੰਦੇ ਜਾਂ ਗਰਾਜ ਸੇਲ ਲੱਗੀ ਹੁੰਦੀ ਆ ਪੁਰਾਣੇ ਸਮਾਨ ਦੀ, ਥੋੜਾ ਜਿਹਾ ਚੱਲਦਾ ਵੀ ਹੁੰਦਾ, ਥੋੜਾ ਸਹੀ ਹੁੰਦਾ। ਉਹ ਜਿਹੜੇ ਬੰਦੇ ਆ ਉਹੋ ਹੀ ਹੁਣ ਉਹਨਾਂ ਪਾਰਟੀਆਂ ਜਾ ਰਹੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਾਂ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਸੀ। इस प्रोग्राम ਦੇ ਪ੍ਰਾਯੋਜਕ ਨੇ ਬਿਗ ਬੀ ਇੰਪੋਰਟਸ, ਪ੍ਰੀਮੀਅਮ ਕੁਆਲਿਟੀ ਆਰਟੀਫੀਸ਼ੀਅਲ ਟਰਫ ਤੇ ਹਨੀ ਟਰਾਂਸਪੋਰਟ, ਕਸਟਮਾਈਜ਼ਡ ਫਰਾਈਟ ਸੋਲੂਸ਼ਨਜ਼। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ। ਇਹ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਆਸਟ੍ਰੇਲੀਆ ਦੇ ਚੱਪੇ ਦੀ, ਜਿਸ ਤੇ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜੇ ਨੇ ਕਰਨੈਲ ਸਿੰਘ ਜੀ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਕਰਨੈਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੇ ਹੀ ਦੇਖਣ ਵਾਲੇ ਸਤਿਕਾਰਯੋਗ ਸੱਜਣਾਂ ਨੂੰ ਜੀ। ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਰਨੈਲ ਸਿੰਘ ਜੀ, ਸਾਡੇ ਤਾਂ ਇੱਥੇ ਠੰਡ ਹੀ ਬਹੁਤ ਪੈ ਰਹੀ ਹੈ ਪੰਜਾਬ ਦੇ ਵਿੱਚ, ਮੇਰੀਆਂ ਤਾਂ ਰਗਾਂ ਵੀ ਬੈਠ ਗਈਆਂ ਨੇ ਤੇ ਦਰਸ਼ਕ ਕਹਿੰਦੇ ਹੋਣਗੇ ਨਵਦੀਪ ਦੀ ਤਾਂ ਆਵਾਜ਼ ਹੀ ਨਹੀਂ ਨਿਕਲਦੀ। ਤੇ ਤੁਹਾਡੇ ਇੱਥੇ ਮੌਸਮ ਦਾ ਕੀ ਹਾਲ ਹੈ? ਪਰਥ ਦੇ ਵਿੱਚ ਹੀਟ ਆ ਜੀ ਤੇ ਮੈਲਬਨ ਦੇ ਵਿੱਚ ਸਟੋਮ ਚੱਲ ਰਿਹਾ ਆ। ਕਿਊਜ਼ਲੈਂਡ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਆ ਤੇ ਨਿਊ ਸਾਊਥ ਵੇਲ ਦੇ ਵਿੱਚ 19 ਤੋਂ ਲੈ ਕੇ 30 ਤੱਕ ਦਾ ਵੀਕ ਦੇ ਵਿੱਚ ਵੈਦਰ ਆ ਤੇ ਵੀਕਐਂਡ ਦੇ ਵਿੱਚ ਸਟੋਮ ਵੀ ਦੱਸਿਆ ਹੋਇਆ ਜੀ। ਬਿਲਕੁਲ। ਤੇ ਜਿੰਨਾ ਮਰਜ਼ੀ ਧਿਆਨ ਰੱਖ ਲਈਏ ਤੇ ਜਿੰਨਾ ਮਰਜ਼ੀ ਦਰਸ਼ਕਾਂ ਨੂੰ ਅਪੀਲ ਕਰ ਲਈਏ ਤੁਸੀਂ ਆਪਣਾ ਧਿਆਨ ਰੱਖਣਾ, ਪਰ ਜਿਹੜਾ ਮੌਸਮ ਹੈ ਉਹ ਫਿਰ ਵੀ ਸਾਡੇ ਤੇ ਹਾਵੀ ਹੋ ਜਾਂਦਾ। ਤੇ ਐਨੀਵੇ, ਤਾਂ ਹੁਣ ਆਪਾਂ ਖਬਰ ਮਾਰਾਂਗੇ ਆਸਟ੍ਰੇਲੀਆ ਦੇ ਤੇ ਪੰਜਾਬ ਦੇ ਚੱਪੇ ਤੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਆਸਟ੍ਰੇਲੀਆ ਦੀ, ਕਿਉਂਕਿ 26 ਜਨਵਰੀ ਦਾ ਦਿਨ ਆਸਟ੍ਰੇਲੀਆ ਦੇ ਲਈ ਬੇਹੱਦ ਖਾਸ ਰਿਹਾ, ਕਿਉਂਕਿ ਉਸ ਦਿਨ ਆਸਟ੍ਰੇਲੀਆ ਡੇ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਤੇ ਆਸਟ੍ਰੇਲੀਆ ਡੇ ਦੇ ਦੌਰਾਨ ਕੀ ਕੁਝ ਖਾਸ ਹੁੰਦਾ ਹੈ, ਆਸਟ੍ਰੇਲੀਆ ਦੇ ਵਿੱਚ ਲੋਕ ਕੀ ਕਰਦੇ ਨੇ, ਉੱਥੋਂ ਦੀ ਸਰਕਾਰ ਕਿੱਦਾਂ ਇਸ ਨੂੰ ਸੈਲੀਬ੍ਰੇਟ ਕਰਦੀ ਹੈ, ਇਸ ਬਾਰੇ ਅਸੀਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ। ਹਾਂਜੀ, ਇਹ 1718 ਦੇ ਵਿੱਚ 26 ਜਨਵਰੀ ਨੂੰ ਇੱਥੇ ਘੱਟੋ ਘੱਟ ਵੀ ਕੋਈ 11 ਫਲੀਟਸ ਦਾ ਜਥਾ ਲੈ ਕੇ ਮਿਸਟਰ ਆਰਥਰ ਫਿਲਿਪ ਨੇ ਸਿਡਨੀ ਕੌਬ ਨੂੰ ਹਿੱਟ ਕੀਤਾ ਸੀ। ਪਹਿਲੀ ਵਾਰੀ ਉਹ ਇਸ ਦਿਨ ਨੂੰ ਆਇਆ ਸੀ। ਇਸੇ ਕਰਕੇ ਉਸ ਨੂੰ ਰਿਮੈਂਬਰ ਕਰਦਿਆਂ 26 ਜਨਵਰੀ ਦਾ ਦਿਨ ਹਰ ਸਾਲ ਮਨਾਇਆ ਜਾਂਦਾ, ਜਿਹਨੂੰ ਐਨੂਅਲ ਹੌਲੀਡੇ ਵੀ ਕਹਿੰਦੇ ਆ ਅਸੀਂ, ਤੇ ਉਸ ਦਿਨ ਪਬਲਿਕ ਹੌਲੀਡੇ ਹੁੰਦੀ ਆ। ਤੇ ਇਸੇ ਦਿਨ ਜਿਹੜਾ ਅਵਾਰਡ ਦਿੱਤਾ ਗਿਆ ਆ
ਮਿਸਟਰ ਡਿਲਨ ਐਲਕੋਟ ਨੂੰ, ਫਸਟ ਪਰਸਨ ਵਿਦ ਡਿਸੇਬਿਲਿਟੀ ਟੂ ਵਿਨ ਦਾ ਅਵਾਰਡ। ਉਹਨੂੰ ਡਿਸੇਬਿਲਿਟੀ ਵੀ ਸੀਗੀ ਤੇ ਉਹਨੇ ਆਸਟ੍ਰੇਲੀਆ ਲਈ ਅਵਾਰਡ ਵੀ ਜਿੱਤਿਆ ਸੀਗਾ। ਤੇ ਇਸ ਕਰਕੇ ਦਿਨ ਜਿਹੜਾ ਜਿੱਦਾਂ ਕਿ ਤੁਹਾਡੇ 26 ਜਨਵਰੀ ਹੁੰਦੀ ਆ, ਇਸ ਤਰ੍ਹਾਂ ਹੀ ਸਾਡੇ ਬੜੀ ਧੂਮ-ਧਾਮ ਨਾਲ ਨੈਸ਼ਨਲ ਲੈਵਲ ਤੇ ਮਨਾਇਆ ਜਾਂਦਾ ਜੀ। ਤੇ ਇਸ ਦੇ ਨਾਲ ਹੀ ਜੇ ਗੱਲ ਕਰਾਂਗੇ ਤਾਂ 26 ਜਨਵਰੀ ਦਾ ਦਿਨ, ਵਾਕਿਆ ਹੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਤੁਹਾਡੇ 26 ਜਨਵਰੀ ਹੁੰਦੀ ਹੈ, 26 ਜਨਵਰੀ ਦਾ ਦਿਹਾੜਾ ਭਾਰਤ ਦੇ ਵਿੱਚ ਵੀ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਹਰ ਇੱਕ ਪਾਸੇ ਬੜੀ ਚਹਿਲ ਪਹਿਲ ਸੀ, ਬਹੁਤ ਨਿਗਰਾਨੀ ਵੀ ਰੱਖੀ ਗਈ ਸੀ ਕਿਉਂਕਿ ਵੋਟਾਂ ਦਾ ਸਮਾਂ ਚੱਲ ਰਿਹਾ ਹੈ। ਤਾਂ ਉਸੇ ਤਰੀਕੇ ਦੇ ਨਾਲ ਹੀ ਸਭ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਢੰਗ ਦੇ ਨਾਲ ਨਿਭਾਇਆ। ਜੇ ਉੱਥੇ ਹੀ ਗੱਲ ਕਰੀਏ ਤਾਂ ਕਿਸਾਨ ਮੋਰਚੇ ਦੀ, ਅਸੀਂ ਉਸ ਗੱਲ ਨੂੰ ਨਹੀਂ ਭੁਲਾ ਸਕਦੇ ਕਿਉਂਕਿ ਪਿਛਲੇ ਸਾਲ 26 ਜਨਵਰੀ ਵਾਲੇ ਦਿਨ ਕੀ ਹੋਇਆ ਸੀ ਉਹ ਸਭ ਨੂੰ ਯਾਦ ਹੈ। ਬੇਸ਼ੱਕ ਪਾਰਟੀਆਂ ਭੁੱਲ ਗਈਆਂ ਨੇ, ਪਾਰਟੀਆਂ ਨੂੰ ਤਾਂ ਪਹਿਲਾਂ ਵੀ ਕਿਸਾਨ ਯਾਦ ਨਹੀਂ ਸੀ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਉਹ ਵੀ ਉਸ ਗੱਲ ਨੂੰ ਭੁਲਾ ਗਏ ਨੇ ਕਿਉਂਕਿ 26 ਜਨਵਰੀ ਵਾਲੇ ਦਿਨ ਕਿਸਾਨ ਪਰੇਡ ਕੱਢੀ ਗਈ ਸੀ ਤੇ ਉਸ ਪਰੇਡ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਮਿਲ ਕੇ ਕੀ ਕੁਝ ਕੀਤਾ ਸੀ ਇਹ ਜੱਗ ਜ਼ਾਹਿਰ ਹੈ। ਪਰ ਸਭ ਤੋਂ ਵੱਡੀ ਨਾਇਨਸਾਫੀ ਜੋ ਹੋਈ ਨਵਰੀਤ ਸਿੰਘ ਦੇ ਨਾਲ, 26 ਸਾਲਾ ਨੌਜਵਾਨ ਨੇ ਉਸ ਵਕਤ ਸ਼ਹਾਦਤ ਦਾ ਜਾਮ ਪੀਤਾ। ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਗੋਲੀ ਚੱਲੀ, ਉਸਦੇ ਗੋਲੀ ਵੱਜੀ ਤੇ ਉਹ ਸ਼ਹੀਦ ਹੋ ਗਿਆ। ਪਰ ਫਿਰ ਵੀ ਜਿਹੜਾ ਮਾਮਲਾ ਹੈ ਉਹ ਅਣਪਛਾਤੀ ਪੁਲਿਸ ਤੇ ਲਗਾਇਆ ਗਿਆ ਕਿ ਅਣਪਛਾਤੀ ਪੁਲਿਸ ਤੇ ਮਾਮਲਾ ਛੱਡ ਦੋ ਜੀ, ਕੌਣ ਸੀ ਕੌਣ ਨਹੀਂ ਸੀ ਕਿਸੇ ਨੂੰ ਕੋਈ ਮਤਲਬ ਨਹੀਂ, ਪਰ ਮਤਲਬ ਹੈ ਤਾਂ ਉਸ ਧੀ ਨੂੰ, ਮਤਲਬ ਹੈ ਤਾਂ ਉਸ ਪਤਨੀ ਨੂੰ ਜੋ ਵਿਚਾਰੀ ਜਵਾਨੀ ਦੇ ਵਿੱਚ ਹੀ ਵਿਧਵਾ ਹੋ ਗਈ। ਉਸ ਦੀਆਂ ਅੱਖਾਂ ਦੇ ਅਥਰੂ ਨਹੀਂ ਵੇਖੇ ਜਾਂਦੇ ਜਾਂ ਫਿਰ ਉਸ ਬਜ਼ੁਰਗ ਦਾਦੇ ਦੀਆਂ ਅੱਖਾਂ 'ਚੋਂ ਵਗਦੇ ਅਥਰੂ ਨਹੀਂ ਦੇਖੇ ਜਾਂਦੇ ਜਿਨ੍ਹਾਂ ਦਾ ਜਵਾਨ ਪੋਤਰਾ ਇਸ ਦੁਨੀਆ ਨੂੰ ਅਲਵਿਦਾ ਕਿਹਾ ਗਿਆ ਕਿਸਾਨ ਮੋਰਚੇ ਦੇ ਲਈ। ਪਰ ਉਹੀ ਗੱਲ ਕਹਿੰਦੇ ਨੇ ਨਾ ਕਿ ਕੁਝ ਦਿਨ ਲੋਕ ਯਾਦ ਰੱਖਦੇ ਨੇ, ਫਿਰ ਲੋਕ ਉਸ ਤੋਂ ਬਾਅਦ ਭੁੱਲ ਜਾਂਦੇ ਨੇ, ਪਰ ਜਿਹੜਾ ਪਰਿਵਾਰ ਹੈ ਉਸ ਦੇ ਮਨ ਦੇ ਵਿੱਚ ਉਹ ਯਾਦਾਂ, ਉਸ ਦੇ ਮਨ ਦੇ ਵਿੱਚ ਉਹ ਸ਼ਹਾਦਤ, ਉਸ ਮਨ ਦੇ ਵਿੱਚ ਉਹ ਦਰਦ, ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਰ ਸਭ ਤੋਂ ਅਹਿਮ ਗੱਲ ਜੋ ਸ਼ਾਇਦ ਕਿਸੇ ਨੂੰ ਹੀ ਪਤਾ ਲੱਗੀ ਹੋਏਗੀ ਕਿ ਕਿਸਾਨ ਮੋਰਚੇ ਦੇ ਵਿੱਚ ਬਾਹਰਲੇ ਮੁਲਕ ਦੇ ਵਿੱਚੋਂ ਬਹੁਤ ਸਾਰੇ ਪੰਜਾਬੀਆਂ ਨੇ ਸਾਥ ਦਿੱਤਾ, ਬਹੁਤ ਸਾਰੇ ਪੰਜਾਬੀ ਆਏ ਤੇ ਨਵਰੀਤ ਸਿੰਘ ਉਹਨਾਂ ਦੇ ਵਿੱਚੋਂ ਇੱਕ ਸੀ। ਤਾਂ ਕਰਨੈਲ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਅਨਫੋਰਗੇਟੇਬਲ, ਇਹ ਅਸੀਂ ਜਿਹੜੀ ਭੁੱਲਣ ਵਾਲੀ ਭੁੱਲ ਯਾਦ ਆ ਉਹਨਾਂ ਦੀ, ਉਹਨੂੰ ਅਸੀਂ ਪ੍ਰਣਾਮ ਕਰਦੇ ਹਾਂ ਕਿਉਂਕਿ ਨਵਰੀਤ ਸਿੰਘ ਡੈਂਡੀ ਡੋਂਗ ਮੈਲਬਨ ਦਾ ਵਸਨੀਕ ਹੋ ਚੁੱਕਾ ਸੀ, ਟੈਂਪਰੇਰੀ ਰੈਜ਼ੀਡੈਂਸ, ਤੇ ਉੱਥੇ ਉਹਦੇ ਰਹਿਣ ਦੇ ਸੁਪਨੇ ਸਨ, ਬਹੁਤ ਸਾਰੇ ਸੁਪਨੇ ਉਹਨੇ ਉਜਾਗਰ ਕੀਤੇ ਹੋਣਗੇ। ਵਿਆਹ ਹੋਇਆ, ਨਵਾਂ ਵਿਆਹ ਹੋਇਆ ਸੀ ਤੇ ਉਸ ਦੀ ਦੇਖੋ ਜੂਝਦਿਆਂ ਹੋਇਆਂ ਜਿਹੜਾ ਮਾਰਚ ਉਸ ਦਿਨ 26 ਨੂੰ ਜਾ ਰਿਹਾ ਸੀ, ਜਿਹੜੀਆਂ ਬੈਰੀਕੇਡ ਲਾਏ ਹੋਏ ਸੀਗੇ ਉਹਨਾਂ ਨੂੰ ਮੋਹਰੇ ਹੋ ਕੇ ਗਾਡੀ ਰਾਹ ਬਣਦਿਆਂ ਉਹਨਾਂ ਨੂੰ ਤੋੜ ਕੇ ਅੱਗੇ ਉਹ ਲੰਘਣ ਦੀ ਕੋਸ਼ਿਸ਼ ਕਰਦਾ ਟਰੈਕਟਰ ਤੇ। ਜਦੋਂ ਉਹਦੇ ਸਾਫ਼ ਸਾਹਮਣੇ ਦਿਸ ਰਿਹਾ ਸੀ, ਇੰਗਲੈਂਡ ਤੋਂ ਬਾਅਦ ਚ ਵੀ ਕੀਤਾ ਉੱਥੇ ਦੇ ਮਰੋਟੀ ਨੇ, ਮੋਨੀਟਰ ਜਿਹੜੇ ਕਰਦੀਆਂ ਸੀ ਕੰਪਨੀਆਂ, ਉਹਨਾਂ ਨੇ ਦੇਖਿਆ ਵੀ ਮੁੰਡੇ ਦੇ ਗੋਲੀ ਲੱਗੀ ਆ, ਉਹਦੇ ਗੋਲੀ ਮਾਰੀ ਗਈ ਸ਼ਰੇਆਮ। ਤੇ ਉਹ ਤੋਂ ਬਾਅਦ ਬਿਲਕੁਲ ਸ਼ਰੇਆਮ ਮੀਡੀਆ ਨੇ ਇਹ ਕਿਹਾ ਵੀ ਨਹੀਂ ਉਹਦਾ ਟਰੈਕਟਰ ਉਲਟਿਆ। ਇਹ ਸਾਰਿਆਂ ਨੂੰ ਇਸ ਦਿਨ ਤੇ ਯਾਦ ਰੱਖਣ ਵਾਲੀ ਗੱਲ ਆ, ਇਹ ਕਦੀ ਵੀ ਭੁੱਲਿਓ ਨਾ। ਪੰਜਾਬ ਦੇ ਹਾਲਤ ਜਿੱਦਾਂ ਦੇ ਹੈਗੇ ਹੁਣ ਚੱਲ ਰਹੇ ਆ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਹ ਭੁੱਲਿਆ ਯਾਦ ਰੱਖਿਓ ਜ਼ਰੂਰ ਇਹ ਗੱਲ ਨੂੰ। ਖਾਸ ਕਰਕੇ ਸਾਡੇ ਆਸਟ੍ਰੇਲੀਅਨ ਡੈਰੀ ਦੇ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਆ ਵੀ ਅਸੀਂ ਉਹਨਾਂ ਸਾਰਿਆਂ ਦਾ ਵੱਲੋਂ ਤੇ ਇੱਥੇ ਬਈ ਆਸਟ੍ਰੇਲੀਅਨਾਂ ਵੱਲੋਂ ਵੀ ਤੇ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਉਸ ਮੁੰਡੇ ਨੂੰ ਚੜ੍ਹਦੀ ਜਵਾਨੀ ਦੇ ਵਿੱਚ ਕੀਤੀ ਕੁਰਬਾਨੀ ਨੂੰ ਅੱਜ ਪ੍ਰਣਾਮ ਕਰਦੇ ਹਾਂ ਜੀ। ਬੜਾ ਸਿਜਦਾ ਜੀ। ਉਹਦੇ ਬਾਬਾ ਜੀ ਨੇ ਫਿਰ ਦੇਖੋ ਕਿੰਨਾ ਯੋਗਦਾਨ ਆ, ਹਰਦੀਪ ਸਿੰਘ ਜੀ ਡਿਬਡਬਾ ਜੋ ਕਿ ਰਾਜਸਥਾਨ ਗੁਰਦੁਆਰਾ ਦੇ ਪ੍ਰਧਾਨ ਵੀ ਆ ਨਵਦੀਪ ਜੀ, ਉਹਨਾਂ ਨੇ ਇੰਨਾ ਹੌਸਲਾ ਰੱਖਿਆ। ਉਹ ਕਹਿੰਦੇ ਵੀ ਕੋਈ ਨਹੀਂ, ਮੈਨੂੰ ਇਹ ਚਾਹੀਦਾ ਵੀ ਸਾਰਿਆਂ ਦੀ ਯੂਨਿਟੀ ਹੋ ਜਾਵੇ, ਜਿਹਦੀ ਕਿ ਇਸ ਵੇਲੇ ਵੀ ਬਹੁਤ ਲੋੜ ਆ ਯੂਨਿਟੀ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਆਪਣਾ ਸਾਰਾ ਜੀਵਨ ਉਧਰ ਲਾਇਆ ਤੇ ਹੱਲੇ ਵੀ ਉਹ ਐਕਟਿਵ ਨੇ। ਤੇ ਇਹਦੇ ਨਾਲ ਹੀ ਆਪਾਂ ਦੇਖੀਏ ਤੇ ਜਿਹੜੀ ਹੋਰ ਇੱਕ ਵਰਣਨ ਕਰਨ ਵਾਲਾ, ਉਹ ਤੋਂ ਬਾਅਦ ਜਿਹੜਾ ਡਾਊਨਫਾਲ ਆਇਆ ਉਹਦੀ ਉਸ ਮੂਵ ਦੇ ਵਿੱਚ, ਉਸ ਜਿਹੜਾ ਮੂਵ ਉਧਰ ਨੂੰ ਜਾ ਰਿਹਾ ਸੀ ਪਾਰਲੀਮੈਂਟ ਨੂੰ ਜਾਂ ਜਿਹੜਾ ਵੀ ਦਿੱਲੀ ਵੱਲ ਨੂੰ ਮਾਰਚ ਕਰਨਾ ਸੀਗਾ, ਉਹ ਤੋਂ ਬਾਅਦ ਜਿਹੜਾ ਆਇਆ ਉਹ 28 ਦੀ ਰਾਤ ਤੇ 29 ਦੀ, ਅੱਜ 29 ਤਰੀਕ ਆਪਾਂ ਉਹ ਯਾਦ ਕਰਾ ਦਈਏ ਫਿਰ ਰਕੇਸ਼ ਟਕੈਤ ਜੀ ਦੇ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਲੀਡਰ ਦੇ ਜਿਹੜੇ ਅਥਰੂ ਸੀਗੇ ਨਿਕਲੇ, ਸਾਰੇ ਕਿਸਾਨਾਂ ਦੇ ਦਰਦ ਦੇ ਵਿੱਚ, ਰੋਹ ਦੇ ਵਿੱਚ ਉਹਦੇ ਦਿਮਾਗ ਨੂੰ ਪੀੜ ਕੇ ਉਸ ਅਥਰੂਆਂ ਨੇ ਆਪਣੇ ਬਲੱਡ ਬੈਂਕ ਦਾ, ਇਸ ਮੂਵਮੈਂਟ ਲਈ ਬਲੱਡ ਬੈਂਕ ਦਾ ਕੰਮ ਕੀਤਾ, ਬਲੱਡ ਦਿੱਤਾ ਉਹਨੂੰ। ਨਹੀਂ ਤਾਂ ਉਸ ਦਿਨ
ਬਹੁਤ ਸਾਰੀਆਂ ਅਣਿਆਈ ਮੌਤਾਂ ਹੋਣੀਆਂ ਸੀ। ਜਿਹੜੇ ਮੂਵ ਚੜ੍ਹ ਕੇ ਆਏ ਸੀ, ਦਰਿੰਦੇ ਚੜ੍ਹ ਕੇ ਆਏ ਸੀ, ਜਿੱਦਾਂ ਕਿ ਨਸਲਕੁਸ਼ੀ ਕਰਨ ਦੀ ਉਹਨਾਂ ਦੀ ਤਿਆਰੀ ਵੀ ਸੀਗੀ ਵੀ ਇਹਨਾਂ ਨੂੰ ਕਿੱਦਾਂ ਖਤਮ ਕਰਨਾ, ਜਦ ਕਿ ਪੁਲਿਸ ਵੀ ਉੱਥੇ ਖੜੀ ਦੇਖਦੀ ਸੀ ਤਮਾਸ਼ਾ। ਉਸ ਦਿਨ ਨੂੰ ਵੀ ਅੱਜ ਯਾਦ ਕਰਨਾ ਬਹੁਤ ਜ਼ਰੂਰੀ ਆ। ਤੇ ਰਕੇਸ਼ ਟਕੈਤ ਦੀ ਯੂਪੀ ਦੇ ਵਿੱਚ ਧਿਆਨ ਰੱਖੋ, ਯੂਪੀ ਵਾਲਾ, ਸਾਰੀਆਂ ਸਟੇਟਾਂ ਵਾਲਾ ਧਿਆਨ ਲਿਜਾਓ, ਕੱਲੇ ਪੰਜਾਬ ਵਾਲਾ ਨਾ ਰਹੋ। ਤੇ ਉਹਨਾਂ ਸਾਰੇ ਕਿਸਾਨਾਂ ਨੂੰ ਯਾਦ ਕਰਦਿਆਂ, ਰਕੇਸ਼ ਟਕੈਤ ਜੀ ਦੀ ਉਸ ਸੋਚ ਨੂੰ, ਉਸ ਖੜੋਤ ਨੂੰ ਯਾਦ ਕਰਦਿਆਂ, ਮੋਰਚੇ ਨੂੰ ਉਧਰ ਨੂੰ ਭਗਾਉਣ ਵਾਸਤੇ ਨਾਲ ਉਹਦੇ ਇੱਕ ਸਰਦਾਰ ਮੁੰਡਾ ਵੀ ਤੇ ਨਾਲ ਉਹਦੇ ਨਿਹੰਗ ਸਿੰਘ ਵੀ ਖੜੇ ਸੀਗੇ। ਉਹਨਾਂ ਨੂੰ ਯਾਦ ਕਰਦਿਆਂ ਉਸ ਟਾਈਮ ਨੂੰ ਸਾਰਿਆਂ NRI ਦੇ ਭਰਾਵਾਂ ਨੇ ਉਹ ਉਹਨਾਂ ਨੂੰ ਦੇਖਦਿਆਂ ਹੋਇਆ ਸਾਰੀ ਆਨਲਾਈਨ ਤੇ ਸਾਰਿਆਂ ਨੂੰ ਸ਼ੇਅਰ ਕੀਤੇ ਸੀ। ਅਸੀਂ ਉਹ ਕਦੀ ਭੁੱਲ ਨਹੀਂ ਸਕਦੇ। ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ 26 ਜਨਵਰੀ ਦਾ ਉਹ ਦਿਹਾੜਾ ਜਿਸ ਤਰੀਕੇ ਦੇ ਨਾਲ ਗੋਦੀ ਮੀਡੀਆ ਨੇ ਤਸਵੀਰਾਂ ਦਿਖਾਈਆਂ, ਗੋਦੀ ਮੀਡੀਆ ਨੇ ਜਿਸ ਤਰੀਕੇ ਨਾਲ ਦਿਖਾਇਆ ਕਿ ਜਿਹੜੀ ਚੀਜ਼ ਸੀ, ਜੋ ਪਰੇਡ ਸੀ, ਉਸਨੂੰ ਕਵਰੇਜ ਨਹੀਂ ਕੀਤਾ ਗਿਆ। ਬੇਸ਼ੱਕ ਬਾਅਦ ਦੇ ਵਿੱਚ ਬਹੁਤ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਕਿਸ ਤਰੀਕੇ ਦੇ ਨਾਲ ਸ਼ਾਂਤਮਈ ਢੰਗ ਨਾਲ ਪਰੇਡ ਕੱਢੀ ਗਈ ਸੀ, ਕਿਵੇਂ ਦਿੱਲੀ ਦੇ ਲੋਕਾਂ ਨੇ ਦਿਲ ਖੋਲ ਕੇ ਉਹਨਾਂ ਦਾ ਸਵਾਗਤ ਕੀਤਾ ਸੀ, ਫੁੱਲ ਬਰਸਾਏ ਸੀ, ਫੁੱਲਾਂ ਦੇ ਹਾਰ ਪਾਏ ਸੀ। ਪਰ ਉਹੀ ਗੱਲ ਕਿ ਸਾਰੀਆਂ ਹੀ ਇਕਾਈਆਂ ਇੱਕਮਿਕ ਹੋ ਗਈਆਂ ਤੇ ਮੋਰਚੇ ਨੂੰ ਢਾਹ ਲਾਉਣ ਵਾਸਤੇ ਬਹੁਤ ਵੱਡੀ ਸਾਜ਼ਿਸ਼ ਕੀਤੀ ਗਈ, ਜਿਸ ਸਾਜ਼ਿਸ਼ ਦਾ ਸ਼ਿਕਾਰ ਬਹੁਤ ਸਾਰੇ ਨੌਜਵਾਨ ਮੁੰਡੇ ਹੋਏ। ਤਾਂ ਨਵਰੀਤ ਨੇ ਤਾਂ ਸ਼ਹਾਦਤ ਹੀ ਦੇ ਦਿੱਤੀ, ਤਾਂ ਬਹੁਤ ਸਾਰੇ ਨੇ ਜਿਹੜੇ ਉਹ ਘਟਨਾਵਾਂ ਦੇ ਵਿੱਚ ਜ਼ਖਮੀ ਵੀ ਹੋਏ, ਤਾਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ, ਉਹਨਾਂ ਤੇ ਤਸ਼ੱਦਦ ਢਾਏ ਗਏ। ਕੀ ਕੁਝ ਸੀਗਾ ਜਿਹੜਾ ਅਸੀਂ ਆਪਣੇ ਅੱਖੀ ਨਹੀਂ ਦੇਖਿਆ, ਕੀ ਕੁਝ ਸੀਗਾ ਜਿਹੜਾ ਤਸਵੀਰਾਂ ਰਾਹੀਂ ਆਪਾਂ ਦਰਸ਼ਕਾਂ ਨੂੰ ਨਹੀਂ ਦਿਖਾਇਆ। ਉਹ ਚੀਜ਼ਾਂ ਹੁੰਦੀਆਂ ਨੇ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਦਿਲੋਂ ਭੁਲਾਉਣਾ ਨਹੀਂ ਚਾਹੀਦਾ, ਪਰ ਇੰਜ ਲੱਗਦਾ, ਇੰਜ ਫੀਲ ਹੁੰਦਾ ਕਿ ਪਤਾ ਨਹੀਂ ਤਾਂ ਮਨੁੱਖੀ ਸੋਚ ਅਜਿਹੀ ਬਣ ਗਈ ਹੈ, ਪਤਾ ਨਹੀਂ ਹਾਲਾਤ ਅਜਿਹੇ ਬਣ ਗਏ ਨੇ ਕਿ ਅਸੀਂ ਕਈ ਗੱਲਾਂ ਨੂੰ ਮਨੋਂ ਵਿਸਾਰ ਦਿੰਦੇ ਹਾਂ। ਕਿਉਂਕਿ ਵੋਟਾਂ ਦੇ ਸਮੇਂ ਜੇ ਗੱਲ ਕੀਤੀ ਜਾਵੇ, ਵੋਟਾਂ ਦੇ ਸਮੇਂ ਜੇ ਮੁੱਦਿਆਂ ਦੀ ਗੱਲ ਕੀਤੀ ਜਾਵੇ, ਤਾਂ ਅਜਿਹੇ ਮੁੱਦੇ ਨਹੀਂ ਉਭਾਰੇ ਜਾਂਦੇ ਜਿਨ੍ਹਾਂ ਦੀ ਲੋੜ ਹੈ, ਜਿਨ੍ਹਾਂ ਦੀ ਸਾਡੇ ਲੋਕਾਂ ਨੂੰ ਲੋੜ ਹੈ, ਸਾਡੇ ਸਮਾਜ ਦੇ ਜੀਆਂ ਨੂੰ ਲੋੜ ਹੈ। ਸਿਰਫ ਤੇ ਸਿਰਫ ਉਹੀ ਮੁੱਦੇ ਉਭਾਰੇ ਜਾਂਦੇ ਨੇ ਜਿਹੜੇ ਕਿ ਲੋਕਾਂ ਦੀਆਂ ਕਮਜ਼ੋਰੀਆਂ ਹੁੰਦੇ ਨੇ। ਵੋਟਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਵੋਟਾਂ ਦੇ ਵਿੱਚ ਕਿਸਾਨ ਲੀਡਰਾਂ ਵੱਲੋਂ ਕਦੇ ਵੀ ਅਜਿਹੀ ਗੱਲ ਨਹੀਂ ਕੀਤੀ ਜਾਂਦੀ ਜੋ ਪੂਰੇ ਸਮਾਜ ਦੇ ਭਲੇ ਲਈ ਹੋਵੇ। ਬੇਰੁਜ਼ਗਾਰੀ ਦੀ ਗੱਲ ਕਰ ਲਈਏ, ਪੜ੍ਹਾਈ ਦੀ ਗੱਲ ਕਰ ਲਈਏ, ਸਿਹਤ ਦੀ ਗੱਲ ਕਰ ਲਈਏ, ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਜੇ ਲੀਡਰਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਲੀਡਰ ਹੈ ਜਿਹੜੇ ਉਹ ਕੱਚੀਆਂ ਪਿੱਲੀਆਂ ਇੱਟਾਂ ਤੇ ਨਾਲੀਆਂ ਤੋਂ ਬਾਹਰ ਹੀ ਨਹੀਂ ਨਿਕਲਦੇ। ਤੁਹਾਡੀਆਂ ਨਾਲੀਆਂ ਪੱਕੀਆਂ ਕਰਾ ਦਾਂਗੇ ਜੀ, ਤੁਹਾਡੀ ਗਲੀ ਠੀਕ ਕਰਵਾ ਦਾਂਗੇ ਜੀ, ਬਸ ਇਹੀ ਗੱਲਾਂ ਦੇ ਲੋਕਾਂ ਨੂੰ ਝਾਂਸੇ ਦੇ ਰਹੀਆਂ ਨੇ। ਪਰ ਅੱਜ ਦੇ ਸਮੇਂ 'ਚ ਜੇ ਗੱਲ ਕੀਤੀ ਜਾਵੇ, ਕਿਸਾਨ ਮੋਰਚੇ ਨੇ ਲੋਕਾਂ ਨੂੰ ਇੱਕਮਿਕ ਕਰਕੇ ਉਹੀ ਗੱਲ ਤੁਹਾਡੇ ਲਈ ਦੱਸ ਦਿੰਦੇ ਆ ਟਿਕੈਤ ਸਾਹਿਬ ਦੀ, ਕਿ ਟਿਕੈਤ ਸਾਹਿਬ ਨੇ ਸਾਰਿਆਂ ਨੂੰ ਦੁਬਾਰਾ ਇੱਕਮਿਕ ਕੀਤਾ, ਕਿਉਂਕਿ ਉਹ ਰਾਤ ਕਹਿਰ ਦੀ ਰਾਤ ਸੀ। ਪੂਰਾ ਦਿਨ ਸਾਰੇ ਚੈਨਲ, ਪੰਜਾਬ ਦੇ ਸਾਰੇ ਚੈਨਲ ਉਸ ਰਾਤ ਲਾਈਵ ਕਰਦੇ ਰਹੇ, ਪੂਰਾ ਦਿਨ ਲਾਈਵ ਚੱਲਦਾ ਰਿਹਾ। 7 ਸਮੁੰਦਰ ਪਾਰ ਬੈਠੇ ਜਿਹੜੇ ਪੰਜਾਬੀ ਸੀ ਉਹ ਸਾਰੇ 24 ਘੰਟੇ 48 ਘੰਟੇ ਨਹੀਂ ਸੁੱਤੇ, ਸਾਰੇ ਉਸ ਦਿਨ ਨੂੰ ਵਾਚ ਕਰ ਰਹੇ ਸੀ, ਕਿਉਂਕਿ ਸਾਰਿਆਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ ਸੀ ਕਿ ਕਿਤੇ ਇਹ ਮੋਰਚਾ ਖਤਮ ਨਾ ਹੋ ਜਾਵੇ। ਪਰ ਟਿਕੈਤ ਸਾਹਿਬ ਦੇ ਹੰਝੂਆਂ ਨੇ ਉਹ ਹੜ ਵਹਾ ਦਿੱਤਾ ਕਿ ਦੁਬਾਰਾ ਤੋਂ ਫਿਰ ਸਾਰੇ ਲੋਕ ਇੱਕਮਿਕ ਹੋ ਗਏ। ਜੋ ਲੋਕ ਉੱਥੋਂ ਵਾਪਸ ਪਰਤ ਰਹੇ ਸੀ ਉਹ ਫਿਰ ਟਰਾਲੀਆਂ ਭਰ ਕੇ ਉੱਥੇ ਪਹੁੰਚਣ ਲੱਗੇ ਤੇ ਆਖਿਰਕਾਰ ਪੂਰਾ 1 ਸਾਲ ਜਿਹੜਾ ਇਹ ਮੋਰਚਾ ਉਹ ਚੱਲਿਆ। ਪਰ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਹੋਣੀਆਂ ਨੇ, ਵੋਟਾਂ ਦਾ ਮਾਹੌਲ ਚੱਲ ਰਿਹਾ। ਕਿਸ ਤਰੀਕੇ ਦੇ ਨਾਲ ਰਾਜਨੀਤਿਕ ਲੀਡਰ ਨੇ ਜਿਹੜੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ, ਦੂਜੀ ਨੂੰ ਛੱਡ ਕੇ ਤੀਜੀ ਜਾ ਰਹੇ ਨੇ, ਪਰ ਉਹੀ ਪਾਰਟੀਆਂ ਵਾਲੇ ਉਹਨਾਂ ਨੂੰ ਹੀ ਲੀਡਰਸ਼ਿਪ ਵੀ ਦੇ ਰਹੇ ਨੇ, ਉਮੀਦਵਾਰ ਵੀ ਠਹਿਰਾ ਰਹੇ ਨੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਇਹ ਹੈਰਾਨੀ ਹੁੰਦੀ ਆ ਕਿ ਜਦੋਂ ਅਸੀਂ ਦੇਖਦੇ ਆ ਉਹੀ ਅੜਾਉਣੀਆਂ ਜਿਹੜੀਆਂ ਉਹਨਾਂ ਗਵਰਨਮੈਂਟ ਵੱਲੋਂ ਅਣਮਨੁੱਖੀ ਅੜਾਉਣੀਆਂ ਜਿਹੜੀਆਂ ਕਿ ਰੋਕਾਂ ਲਾਈਆਂ ਗਈਆਂ, ਗੋਲੀਆਂ ਮਾਰੀਆਂ ਗਈਆਂ, ਕਿੱਲ ਗੱਡੇ ਗਏ ਸੜਕਾਂ ਦੇ ਵਿੱਚ, ਠੰਡ ਮੀਂਹ ਦੇ ਵਿੱਚ ਪਾਣੀ ਠੰਡੇ ਦੇ ਨਾਲ ਬੁਛਾੜਾਂ ਕੀਤੀਆਂ ਗਈਆਂ ਪਾਣੀ ਵਾਲੀਆਂ ਗੰਨਾਂ ਦੇ ਨਾਲ। ਇਹ ਸਾਰੀਆਂ ਗੱਲਾਂ ਨੂੰ ਇੰਨੀ ਜਲਦੀ ਭੁੱਲ ਜਾਣਾ ਤੇ ਉਸ ਪਾਰਟੀ ਦੇ ਵਿੱਚ ਹੈਰਾਨੀ ਹੁੰਦੀ ਆ। ਉਹ ਬੰਦੇ ਇਦਾਂ ਦੇ ਜਾ ਰਹੇ ਆ ਜਿਹੜੇ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਲਈ ਪੂਰਾ ਯੋਗਦਾਨ ਪਾਉਂਦੇ ਰਹੇ ਆ, ਅਸੀਂ ਉਸ ਕਿਸਾਨ ਸੰਯੁਕਤ ਮੋਰਚੇ ਦੇ ਭਾਗੀਦਾਰੀਆਂ, ਉਹ ਹੁਣ ਸਾਹਮਣੇ ਆ ਰਿਹਾ। ਸੋ ਇਹਨਾਂ ਮੌਕਾ ਪ੍ਰਸਤਾਂ ਤੋਂ, ਸਵਾਰਥੀ ਲੋਕਾਂ ਤੋਂ ਇਸ ਵੇਲੇ ਬਹੁਤ ਧਿਆਨ ਕਰਨ ਦੀ ਲੋੜ ਆ। ਜਿੱਦਾਂ ਤੁਸੀਂ ਕਿਹਾ ਹੀ ਆ ਵੀ ਇਦਾਂ ਦੀਆਂ ਗੱਲਾਂ ਹੁਣ ਹੋਣਗੀਆਂ, ਪਰਿਵਾਰਕ ਜਾਂ ਨਿੱਜੀ ਲੜਾਈਆਂ ਕਰਾਉਣਗੇ। ਪਾਰਟੀਆਂ ਦੇ ਵਿੱਚ ਜਿਹੜੇ ਲੀਡਰ ਨੇ ਉਹ ਬਦਲ ਕੇ ਇੱਕ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ ਤੇ ਦੂਸਰੀਆਂ ਪਾਰਟੀਆਂ ਵਾਲੇ ਉਹਨਾਂ ਨੂੰ ਉਮੀਦਵਾਰ ਵੀ ਬਣਾ ਰਹੇ ਨੇ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹੈਰਾਨੀ ਇਸੇ ਗੱਲ ਦੀ ਹੋ ਰਹੀ ਆ ਵੀ ਇੰਨੀ ਛੇਤੀ ਭੁੱਲ ਜਾਣਾ ਉਹਨਾਂ ਕੁਰਬਾਨੀਆਂ ਨੂੰ, ਗੌਰਮੈਂਟ ਦੀਆਂ ਅਣਮਨੁੱਖੀ ਅਡਾਉਣੀਆਂ
ਜਿਹੜੀਆਂ ਕਿ ਮੋਰਚੇ ਨੂੰ ਫੇਲ ਕਰਨ ਵਾਸਤੇ ਵਰਤੀਆਂ ਗਈਆਂ ਸੀ। ਐਂਡ ਆਫ ਦੀ ਡੇ ਫੇਰ ਵੀ ਯੂਨਿਟੀ ਦੀ ਸਾਰਿਆਂ ਸਟੇਟਾਂ ਦੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਸਿੰਗਰਾਂ ਦੀ, ਆੜਤੀਆਂ ਦੀ, ਛੋਟੇ ਵਪਾਰੀਆਂ ਦੀ ਜਿੱਤ ਹੋਈ। ਤੇ ਉਹਨੂੰ ਦੇਖਦੇ ਆ ਹੁਣ ਤੁਸੀਂ ਵੋਟਾਂ ਦੇ ਦੇਖਿਆ ਜਾਵੇ ਰੁਝਾਨ ਆਪਣੇ ਨਿੱਜ ਸਵਾਰਥ ਲਈ, ਪਰਸਨਲ ਮਫਾਦਾਂ ਦੇ ਲਈ ਇਹ ਜਦੋਂ ਪਾਰਟੀਆਂ ਉਹਨਾਂ ਦੇ ਵਿੱਚ ਜਾ ਰਿਹਾ ਤਾਂ ਹੁਣ ਕੋਈ ਫਰਕ ਨਹੀਂ ਰਹਿ ਗਿਆ। ਇੰਨੀ ਛੇਤੀ ਭੁੱਲ ਜਾਣਾ ਇਹ ਇੱਕ ਬਹੁਤ ਦੁਖਾਂਤ ਹੈ। ਇਸੇ ਕਰਕੇ ਰਵਾਇਤੀ ਪਾਰਟੀਆਂ ਇਹਨਾਂ ਦਾ ਫਾਇਦਾ ਲੈਂਦੀਆਂ ਆ। ਇਹ ਸੁਧਾਰ ਵੀ ਇਸੇ ਕਰਕੇ ਨਹੀਂ ਹੁੰਦਾ ਤੇ ਜਿਹੜਾ ਤੁਹਾਡਾ ਯੂਥ ਆ ਉਹ ਬਾਹਰ ਵੱਲ ਨੂੰ ਮੂਵ ਹੋਈ ਜਾ ਰਿਹਾ, ਉਸੇ ਕਰਕੇ ਉਹਨੂੰ ਕੋਈ ਰੋਕ ਨਹੀਂ ਲੱਗ ਰਹੀ। NRI ਭਰਾ ਜਿੰਨੇ ਵੀ ਆ ਉਹ ਸਾਰੇ ਇਸ ਬਾਰੇ ਬੜੇ ਚਿੰਤਨ ਰਹਿੰਦੇ ਹਰ ਵੇਲੇ ਵੀ ਉੱਥੇ ਕੋਈ ਇਨਵੈਸਟਮੈਂਟ ਹੋਵੇ ਜਾਂ ਕੋਈ ਕੰਮ ਸ਼ੁਰੂ ਕੀਤੇ ਜਾਣ ਤੇ ਉਹ ਪੈਸਾ ਲਾਉਣ ਨੂੰ ਤਿਆਰ ਰਹਿੰਦੇ ਆ। ਜੀ ਜੀ, ਤੇ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਆਪਾਂ ਕਿਸਾਨ ਮੋਰਚੇ ਦੀ ਗੱਲ ਕੀਤੀ ਜਾਂ ਕਿ ਉਹਦੀ ਪਾਰਟੀ ਜਿਹੜੀ ਕਿਸਾਨਾਂ ਵੱਲੋਂ ਨਵੀਂ ਬਣਾਈ ਗਈ ਉਸ ਦੇ ਬਾਰੇ ਗੱਲ ਕੀਤੀ ਤਾਂ ਮੇਨ 26 ਜਨਵਰੀ ਵਾਲੇ ਦਿਨ ਦੋ ਜਣੇ ਦੇ ਨਾਮ ਨਿਕਲ ਕੇ ਸਾਹਮਣੇ ਆ ਰਹੇ ਸੀ। ਪਹਿਲਾ ਨਾਮ ਸੀ ਲੱਖਾ ਸਿਧਾਣਾ ਤੇ ਦੂਜਾ ਨਾਮ ਸੀ ਦੀਪ ਸਿੱਧੂ, ਜਿਨ੍ਹਾਂ ਦੇ ਨਾਲ ਬਹੁਤ ਸਾਰਾ ਯੂਥ ਜੁੜਿਆ ਹੋਇਆ ਸੀ। ਤਾਂ ਕਿਸਾਨ ਸਮਾਜ ਮੋਰਚੇ ਵੱਲੋਂ ਜਿਹੜਾ ਲੱਖਾ ਸਿਧਾਣਾ ਹੈ ਉਹਨਾਂ ਨੂੰ ਮੌੜ ਹਲਕੇ ਤੋਂ ਸੀਟ ਦੇ ਦਿੱਤੀ ਗਈ ਹੈ। ਤਾਂ ਹੁਣ ਵੇਖਣ ਦੇ ਵਿੱਚ ਇਹ ਆ ਰਿਹਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਦੇਖਦੇ ਆ, ਫੇਸਬੁੱਕ ਤੇ, ਯੂਟਿਊਬ ਤੇ, ਟਵਿੱਟਰ ਤੇ, ਹਰ ਥਾਂ ਤੇ ਜਿਹੜਾ ਯੂਥ ਹੈ ਉਸ ਨੂੰ ਪੂਰੀ ਸਪੋਰਟ ਕਰ ਰਿਹਾ ਹੈ। ਤੇ ਬਾਹਰਲੇ ਲੋਕ ਕੀ ਕਹਿਣਾ ਚਾਹਣਗੇ? ਦੇਖੋ ਬਾਹਰਲੇ ਲੋਕਾਂ ਨੇ ਜਿੱਦਾਂ ਪਿਛਲੀ ਵਾਰੀ ਵੀ ਪਿਛਲੀ ਟਰਮ ਦੇ ਵਿੱਚ ਵੀ ਦੇਖਿਆ ਸੀ ਕੋਈ ਬਦਲ ਆਉਣਾ ਚਾਹੀਦਾ। ਉਹਨਾਂ ਨੂੰ ਦੋਨੇ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਚਾਹੇ BJP ਜਾਂ ਅਕਾਲੀ ਦਲ ਇਕੱਠੇ ਸੀ ਉਦੋਂ ਜਾਂ ਕਾਂਗਰਸ ਸੀ, ਉਹਨਾਂ ਤੋਂ ਲੋਕਾਂ ਨੇ ਬਹੁਤ ਦੇਰ ਉਹਨਾਂ ਨੂੰ ਹੰਢਾ ਲਿਆ, ਉਹਨਾਂ ਨੂੰ ਦੇਖਿਆ ਹੋਇਆ ਤੇ ਇਹਨਾਂ ਨੇ ਕੋਈ ਸੁਧਾਰ ਨਹੀਂ ਕੀਤਾ ਓਵਰਆਲ। ਇਸ ਕਰਕੇ ਉਹ ਚਾਹੁੰਦੇ ਆ ਕੋਈ ਥਰਡ ਜਾਂ ਕੋਈ ਹੋਰ ਬਦਲ ਆਵੇ। ਉਹ ਬਦਲ ਨੂੰ ਦੇਖਦੇ ਆ ਸਾਰੇ ਇਹ ਚਾਹੁੰਦੇ ਆ ਵੀ ਜਿਹੜਾ ਯੂਥ ਆ ਜਿਨ੍ਹਾਂ ਨੇ ਉਦੋਂ ਯੋਗਦਾਨ ਪਾਇਆ ਨਵੀਂ ਸੋਚ ਲੈ ਕੇ ਆਉਣਗੇ, ਆਪਣੇ ਹੱਕਾਂ ਦੀ ਗੱਲ ਕਰਨਗੇ, ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨਗੇ, ਆਮ ਬੰਦੇ ਦੀ ਗੱਲ ਕਰਨਗੇ। ਇਸ ਕਰਕੇ ਉਹ ਤਾਂ ਚਾਹੁੰਦੇ ਆ ਵੀ ਬਦਲ ਆਵੇ, ਉਹਨਾਂ ਦੋਨਾਂ ਪਾਰਟੀਆਂ ਨੂੰ ਨਕਾਰਿਆ ਜਾਵੇ। ਜਿਹੜੇ ਚੰਗੇ ਚੰਗੇ ਬੰਦੇ ਆ ਉਹਨਾਂ ਨੂੰ ਹੀ ਇੱਕ ਪਰਸਨਲ ਬੰਦਿਆਂ ਦੀ ਚੰਗੀ ਛਵੀ ਨੂੰ ਦੇਖ ਕੇ ਹੀ ਵੋਟ ਪਾਉਣੀ ਚਾਹੀਦੀ ਆ, ਨਾ ਕਿ ਗਰੁੱਪਿਜ਼ਮ ਨੂੰ ਜਾਂ ਪਾਰਟੀਆਂ ਨੂੰ, ਕਿਉਂਕਿ ਉਹ ਫੇਰ ਉਹੀ ਗੱਲ ਹੁੰਦੀ ਆ ਪੁਰਾਣੀ ਟ੍ਰੇਨ ਦੇ ਮੂਹਰੇ ਜਿੱਦਾਂ ਨਵਾਂ ਇੰਜਣ ਲਾ ਕੇ ਜਿੱਧਰ ਮਰਜ਼ੀ ਤੋਰ ਲਓ। ਜੀ, ਤਾਂ ਤੁਸੀਂ ਗੱਲ ਬੜੀ ਵਧੀਆ ਕੀਤੀ ਹੈ ਕਿ ਛਵੀ ਨੂੰ ਦੇਖ ਕੇ ਹੀ ਵੋਟ ਪੈਣੀ ਚਾਹੀਦੀ ਹੈ। ਤਾਂ ਮੈਂ ਤੁਹਾਨੂੰ ਪੰਜਾਬ ਤੋਂ ਦੱਸ ਦੇਵਾਂ ਕਿ ਤਕਰੀਬਨ ਪੰਜਾਬ ਦੇ ਜਿੰਨੇ ਵੀ ਹਲਕਿਆਂ ਦੇ ਸਰਵੇ ਕੀਤੇ ਜਾ ਰਹੇ ਨੇ ਜਾਂ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ ਤਾਂ ਲੋਕਾਂ ਦੇ ਇਹੀ ਗੱਲਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਇਸ ਵਾਰ ਜਿਹੜਾ ਉਹ ਉਮੀਦਵਾਰ ਨੂੰ ਵੋਟ ਪੈ ਰਹੀ ਹੈ, ਉਹ ਇਨਸਾਨ ਨੂੰ ਵੋਟ ਪੈ ਰਹੀ ਹੈ, ਉਹ ਕਿਸੇ ਪਾਰਟੀ ਨੂੰ ਵੋਟ ਨਹੀਂ ਪੈ ਰਹੀ। ਲੋਕ ਨੇ ਜਿਹੜੇ ਉਹ ਚੰਗੇ ਨੇਕ ਇਨਸਾਨ ਨੂੰ ਵੋਟ ਪਾ ਰਹੇ ਨੇ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਉਹ ਆਮ ਆਦਮੀ ਪਾਰਟੀ ਦਾ, ਉਹ ਇਹ ਨਹੀਂ ਵੇਖ ਰਹੇ ਕਿ ਇਹ BJP ਦਾ ਜਾਂ ਕਾਂਗਰਸ ਦਾ ਜਾਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ। ਤਾਂ ਇਸ ਵਕਤ ਇਸ ਵਾਰ ਜਿਹੜਾ ਹੈਗਾ ਉਹ ਬੜਾ ਹੀ ਦਿਲਚਸਪ ਮੁਕਾਬਲਾ ਹਰੇਕ ਹਲਕੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਨੇ ਜਿਹੜੇ ਉਹ ਉਮੀਦਵਾਰ ਵੇਖ ਕੇ ਜਿਹੜੇ ਵੋਟ ਪਾ ਰਹੇ ਨੇ। ਤਾਂ ਆਮ ਲੋਕਾਈ ਵਾਸਤੇ ਇੱਕ ਚੰਗੀ ਗੱਲ ਹੋ ਜਾਊਗੀ, ਉਹਨੂੰ ਲੋਕਲ ਪ੍ਰੋਬਲਮਸ ਦਾ ਪਤਾ ਹੁੰਦਾ ਆ। ਜਿੱਦਾਂ ਹੁਣ ਦੇਖਣ ਦੇ ਵਿੱਚ ਤਾਂ ਇਹ ਜਿੱਦਾਂ ਸਾਨੂੰ ਦੇਖਣ ਦੇ ਵਿੱਚ ਤਾਂ ਇਹ ਆ ਰਿਹਾ ਵੀ ਜਿਹੜੇ ਉਹਨਾਂ ਦੇ ਨਕਾਰੇ ਹੋਏ ਬੰਦੇ ਆ ਰਵਾਇਤੀ ਪਾਰਟੀਆਂ ਦੇ, ਜਿਹਨੂੰ ਅਸੀਂ ਇੱਥੇ ਸਕ੍ਰੈਪ ਕਹਿੰਦੇ ਜਾਂ ਯੂਜ਼ਡ ਕਹਿੰਦੇ ਜਾਂ ਗਰਾਜ ਸੇਲ ਲੱਗੀ ਹੁੰਦੀ ਆ ਪੁਰਾਣੇ ਸਮਾਨ ਦੀ, ਥੋੜਾ ਜਿਹਾ ਚੱਲਦਾ ਵੀ ਹੁੰਦਾ, ਥੋੜਾ ਸਹੀ ਹੁੰਦਾ, ਉਹ ਜਿਹੜੇ ਬੰਦੇ ਆ ਉਹੋ ਹੀ ਹੁਣ ਉਹਨਾਂ ਪਾਰਟੀਆਂ ਜਾ ਰਹੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਾਂ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਸੀ। ਹੋ ਸਕਦਾ ਉਹ ਚੰਗੇ ਵੀ ਹੋਣ, ਪਰ ਜੇ ਦੇਖਿਆ ਜਾਵੇ ਜੇ ਇੱਕ ਪਾਸੇ ਤਾਂ ਇੰਜਣ ਨਵਾਂ ਲਾ ਕੇ ਤਾਂ ਪੁਰਾਣੇ ਡੱਬੇ ਮਗਰ ਜੋੜੇ ਜਾ ਰਹੇ ਆ, ਈਜ਼ੀ ਆ ਦੇਖਣ ਨੂੰ ਲੱਗਦਾ, ਸਾਰਿਆਂ ਨੂੰ ਭਲੀ ਭਾਂਤ ਤੇ ਪਤਾ ਆ। ਇੱਕ ਪਾਸੇ ਪੁਰਾਣੇ ਡੱਬੇ ਦੇ ਮੂਹਰੇ ਇੰਜਣ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਦਾਂ ਕਾਂਗਰਸ ਪਾਰਟੀ ਦਾ ਮੈਂ ਨਾਂ ਲੈ ਹੀ ਦਿਆਂ ਤੇ ਇਦਾਂ ਹੀ ਆਮ ਆਦਮੀ ਪਾਰਟੀ ਦਾ ਸੀਗਾ ਵੀ ਜਿਹੜੇ ਉਹ ਪੁਰਾਣੇ ਡੱਬੇ ਨਕਾਰੇ ਹੋਏ ਆ ਉਹ ਉਹਨਾਂ ਨੂੰ ਟਿਕਟ ਜਾ ਕੇ, ਇੱਕ ਦੂਜੇ ਨੂੰ ਇਹ ਨਹੀਂ ਦੇਖਦੇ ਵੀ ਕਿਹੜੇ ਬੰਦੇ ਨੇ ਉਸ ਇਲਾਕੇ 'ਚ ਕਿੰਨਾ ਕੁ ਕੰਮ ਕੀਤਾ ਆ। ਉਹ ਜੇ ਇੱਕ ਨੂੰ ਨਕਾਰਦਾ ਦੂਜਾ ਲੈ ਲੈਂਦਾ। ਜੇ ਉਹੀ ਬੰਦੇ ਰਹਿਣਗੇ ਆਲੇ ਦੁਆਲੇ ਉੱਥੇ ਘੁੰਮਦੇ ਰਹਿਣਗੇ ਤਾਂ ਫੇਰ ਬਦਲਾਅ ਦੀ ਜਾਂ ਚੰਗੀ ਸੋਚ ਦੀ ਜਾਂ ਚੰਗੇ ਭਵਿੱਖ ਦੀ ਕੋਈ ਬਹੁਤੀ ਆਸ ਨਹੀਂ ਬੱਝਣੀ, ਕਿਉਂਕਿ ਉਹ ਬੰਦਿਆਂ ਨੇ ਆਪਣੀਆਂ ਹੀ ਮਰਜ਼ੀਆਂ ਕਰਨੀਆਂ, ਉਹਨਾਂ ਇਹਦੇ ਵਿੱਚ ਹੀ ਰਲ ਜਾਣਾ। ਜਿੱਦਾਂ ਕਿ ਆਮ ਆਦਮੀ ਪਾਰਟੀ ਦੇ ਪਹਿਲਾਂ ਜਿੰਨੇ ਇਕੱਠੇ ਕੀਤੇ ਸੀ ਉਹ ਟੀਮ, ਉਹਨਾਂ ਤੋਂ ਇਕੱਠੀ ਟੀਮ ਹੀ ਨਹੀਂ ਰੱਖ ਹੋਈ। ਨਵਦੀਪ ਜੀ ਤੁਹਾਨੂੰ ਪਤਾ ਹੀ ਆ, ਸਾਰੇ ਦੇਖਣ ਵਾਲਿਆਂ ਨੂੰ, ਅਸੀਂ ਇਹ ਨਹੀਂ ਚਾਹੁੰਦੇ, ਪਰ ਉਹਦੇ ਵਿੱਚ ਚੰਗੀ ਸੋਚ ਵੀ ਸੀਗੀ, ਪਰ ਇੱਕ ਸੋਚ ਨੂੰ ਬੰਨ੍ਹ ਕੇ ਰੱਖਣਾ ਜਾਂ ਚੰਗੀ ਸੋਚ ਇਕੱਠੀ ਕਰਨੀ ਇਹ ਹਾਰਡ ਟੂ ਫਾਈਂਡ ਹੋ ਗਿਆ। ਇਸ ਕਰਕੇ ਜਿਹੜੀ ਨਿੱਜ ਜਿਹੜਾ ਦੇਖ ਕੇ ਚੰਗੀ ਛਵੀ ਵਾਲਾ ਬੰਦਾ ਦੇਖ ਕੇ, ਚੰਗੇ ਇਲਾਕੇ ਦੇ ਕੰਮ ਕਰਨ ਵਾਲਾ ਦੇਖ ਕੇ ਹੀ ਵੋਟ ਪਾਉਣੀ ਬਣਦੀ ਆ। ਪਰ ਇਹੀ ਸਾਰਿਆਂ ਦੀ ਅਰਦਾਸ ਆ ਵੀ ਅੱਜ ਫੇਰ ਉਹੀ ਗੱਲ ਕਰਦੇ ਆ ਵੀ ਉਸ ਜਿਹੜਾ ਤੁਸੀਂ ਮੋਰਚਾ ਜਿੱਤਿਆ ਉਹਨਾਂ ਗੱਲਾਂ ਜਿਹੜੀਆਂ ਉੱਪਰ ਉੱਠੀਆਂ ਜਿਹਨੂੰ ਤੁਸੀਂ ਰਿੜਕਿਆ, ਉਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਇਆ, ਮੱਦੇ ਨਜ਼ਰ ਰੱਖਦਿਆਂ ਫੇਰ ਹੀ ਕੋਈ ਡਿਸੀਜਨ ਲੈ ਕੇ ਵੋਟ ਪਾਉਣੀ ਚਾਹੀਦੀ ਹੈ। ਜੀ ਬਿਲਕੁਲ, ਤੁਸੀਂ ਕਿਹਾ ਕਿ ਡਿਸੀਜਨ ਲੈ ਕੇ ਵੋਟ ਪਾਉਣੀ ਚਾਹੀਦੀ ਹੈ। ਤਾਂ
ਇਸ ਵਾਰ ਵੋਟਾਂ ਨੇ ਜਿਹੜੀਆਂ ਵਾਕਿਆ ਹੀ ਡਿਸੀਜਨ ਲੈ ਕੇ ਪਾਈਆਂ ਜਾਣੀਆਂ, ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਿ ਲੋਕ ਆਪਣੇ ਵੱਡ ਵਡੇਰਿਆਂ ਦੇ ਪਿੱਛੇ ਲੱਗ ਕੇ ਵੋਟਾਂ ਪਾਉਂਦੇ ਸੀ ਕਿ ਸਾਡਾ ਤਾਂ ਜੀ ਜਿਹੜਾ ਹੈਗਾ ਮੇਨ ਮੁੱਢਾ ਤੋਂ ਚੱਲਿਆ ਆਉਂਦਾ। ਮੇਨ ਆਪਾਂ ਜੇ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸ਼ਿੱਦਤ ਸੀ, ਉਹਨਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਬਾਬੇ ਨਾਨਕ ਦੀ ਤਾਂ ਜੀ ਤਕੜੀ ਆ, ਅਸੀਂ ਤਾਂ ਜੀ ਤਕੜੀ ਨੂੰ ਹੀ ਵੋਟ ਪਾਉਂਦੇ, ਕਿਉਂਕਿ ਪੰਥ ਨੂੰ ਵੋਟਾਂ ਪੈਂਦੀਆਂ ਸੀ। ਪਰ ਜਦੋਂ ਤੋਂ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਉਹਨਾਂ ਤੇ ਸਵਾਲੀਆ ਨਿਸ਼ਾਨ ਲੱਗਣ ਲੱਗੇ, ਜਦੋਂ ਤੋਂ ਉਹ ਸਵਾਲਾਂ ਦੇ ਘੇਰਿਆਂ ਦੇ ਵਿੱਚ ਆਉਣ ਲੱਗੇ, ਤਾਂ ਉਹ ਪੰਥਕ ਵੋਟਾਂ ਨੇ ਜਿਹੜੀਆਂ ਉਹ ਵੀ ਉਹਨਾਂ ਤੋਂ ਨਿਖੜ ਗਈਆਂ। ਜੇ ਕਾਂਗਰਸ ਦੀ ਗੱਲ ਕਰ ਲਈ ਤਾਂ ਕਾਂਗਰਸ ਕਹੀ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਦੇ ਨਾਲ ਹੀ ਕਾਂਗਰਸ ਸੀ, ਤੇ ਜਦੋਂ ਕੈਪਟਨ ਨੇ ਵੀ ਕੁਝ ਨਾ ਕੀਤਾ ਤਾਂ ਕੈਪਟਨ ਆਪ ਹੀ ਭੱਜ ਗਏ, ਤਾਂ ਉਸ ਤੋਂ ਬਾਅਦ ਜਿਹੜੀ ਕਾਂਗਰਸ ਹੈ ਉਸ ਦੇ ਵਿੱਚ ਵੀ ਖਿਲਾਰੇ ਪੈ ਗਏ। ਤਾਂ ਹੁਣ ਲੋਕ ਵੀ ਪਰੇਸ਼ਾਨ ਨੇ, ਲੋਕ ਵੀ ਹੈਰਾਨ ਨੇ, ਲੋਕਾਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਕਿੰਨੀਆਂ ਕੁ ਤਾਂ ਪਾਰਟੀਆਂ ਹੋ ਗਈਆਂ ਨੇ, ਕਿੰਨੇ ਕੁ ਉਮੀਦਵਾਰ ਹੋ ਗਏ ਨੇ, ਆਖਿਰਕਾਰ ਵੋਟ ਪਾਈਏ ਤਾਂ ਪਾਈਏ ਕਿਸ ਨੂੰ। ਜੇ ਜਿਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮਾਡਲ ਖੜਾ ਕੀਤਾ ਗਿਆ, ਲੋਕਾਂ ਦੇ ਸਾਹਮਣੇ ਰੱਖਿਆ ਗਿਆ, ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ, ਇਸ ਤੇ ਵਰਕ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਹੋਵੇਗਾ, ਕਿਵੇਂ ਪੰਜਾਬ ਦੇ ਵਿੱਚੋਂ ਹੀ ਪੈਸਾ ਇਕੱਠਾ ਕੀਤਾ ਜਾਵੇਗਾ ਤੇ ਪੰਜਾਬ ਦੇ ਲੋਕਾਂ ਤੇ ਹੀ ਲਾਇਆ ਜਾਵੇਗਾ। ਉਹਨਾਂ ਦਾ ਕੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਪੈਸਾ ਹੈ ਜਿਹੜੇ ਲੀਡਰ ਨੇ ਜਾਂ ਸਰਕਾਰਾਂ ਨੇ ਜਿਹੜੀਆਂ ਆਪਣੀ ਹੀ ਜੇਬ ਦੇ ਵਿੱਚ ਪਾ ਰਹੀਆਂ ਨੇ। ਤਾਂ ਤੁਸੀਂ ਇਸ ਮਾਮਲੇ ਤੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਤਾਂ ਉੱਥੇ ਜਿਹੜੇ ਇੱਥੇ ਜੌਬ ਕਰਦੇ ਆ ਸੀਗੇ ਜਾਂ ਨੌਕਰੀਆਂ ਕਰਕੇ ਆਏ ਆ, ਚੰਗੇ ਅਹੁਦਿਆਂ ਤੇ ਆਏ ਹੋਏ ਆ, ਕੈਨੇਡਾ 'ਚ, ਆਸਟ੍ਰੇਲੀਆ 'ਚ ਜਾਂ USA ਵਗੈਰਾ, ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੀ ਕੁ ਕਰਪਸ਼ਨ ਹੁੰਦੀ ਆ ਹਰੇਕ ਡਿਪਾਰਟਮੈਂਟ ਦੇ ਵਿੱਚ। ਜੇ ਉਹ ਰੋਕ ਲਈ ਜਾਵੇ, ਜੇ ਉਹ ਪੂਰੇ ਟੈਕਸ ਦਿੱਤੇ ਜਾਣ, ਜਿਹੜੇ ਵੱਡੇ ਇੰਡਸਟਰੀ ਵਾਲੇ ਟੈਕਸ ਦਿੱਤੇ ਜਾਣ ਜਾਂ ਇੰਡਸਟਰੀ ਨੂੰ ਸਬਸਿਡੀ ਦਿੱਤੀਆਂ ਜਾਣ, ਇਹ ਜਿਹੜਾ ਹਊਆ ਦਿਖਾਇਆ ਜਾਂਦਾ ਇੰਨੇ ਕਰੋੜ ਕਰਜ਼ਾ ਜੀ, ਆ ਜੀ, ਇਹ ਕੌਣ ਲਾਊਗਾ, ਇਹ ਨਹੀਂ ਦੇਖਦੇ ਵੀ ਜਿਹੜਾ ਇੰਨੇ ਕਰੋੜ ਦਾ ਇੰਨੇ ਸਾਲਾਂ ਦਾ ਪਾਣੀ ਫ੍ਰੀ ਜਾਂਦਾ ਹੈ, ਬਿਜਲੀ ਮੁਫਤ ਜਾਂਦੀ ਆ ਬਾਕੀ ਰਾਜਾਂ ਨੂੰ, ਪੰਜਾਬ ਦੀ ਜਿਹੜੇ ਉਹ ਸੋਰਸਾਂ ਦਾ ਜਿਹੜਾ ਹਿਸਾਬ ਕਿਤਾਬ ਕਰੂਗਾ ਉਹ ਕੋਈ ਕਰੂਗਾ ਨਹੀਂ, ਕਿਉਂਕਿ ਉਹ ਜੇ ਉਹ ਦਿੱਲੀ ਤੋਂ ਆਊਗਾ ਤਾਂ ਉਹਦੇ ਅਗੇਂਸਟ ਹੀ ਹੋਊਗੀ ਨਾ, ਉਹਦੇ ਔਨ ਸੈਲਫ ਹੋ ਜਾਣੀ ਆ ਵੀ ਸਾਨੂੰ ਪਾਣੀ ਦੇ ਬਿੱਲ ਦੇਣੇ ਪੈ ਗਏ, ਬਿਜਲੀ ਦੇ ਬਿੱਲ ਦੇਣੇ ਪੈ ਗਏ ਪੰਜਾਬ ਨੂੰ, ਤੇ ਅਸੀਂ ਗੱਲ ਕਿਉਂ ਕਰੀਏ। ਉਹ ਤੁਹਾਨੂੰ ਇਹ ਕਹਿ ਦੂਗਾ ਵੀ ਟ੍ਰੇਡ ਕਰੂਗਾ ਤੁਹਾਡੇ ਨਾਲ, ਉਹ ਵਪਾਰ ਕਰਨ ਆਉਂਦੇ ਆ, ਵਪਾਰੀ ਦਿੱਲੀ ਆਉਂਦੇ, ਇਹਨਾਂ ਤੋਂ ਬਚਣ ਦੀ ਗੱਲ ਆ, ਇਹ ਹੋਲਸੇਲ 'ਚ ਵਪਾਰ ਤੁਹਾਡਾ ਕਰਨਗੇ। ਇਹਨਾਂ ਨੇ ਤੁਹਾਨੂੰ ਦੇਖਣਾ ਵੀ ਜੇ ਇੰਨੇ ਹਜ਼ਾਰਾਂ ਕਰੋੜ ਦੀ ਬਿਜਲੀ ਜਾਂਦੀ, ਕੋਈ ਗੱਲ ਨਹੀਂ, ਜੇ 2-2 ਹਜ਼ਾਰ ਬੀਬੀਆਂ ਨੂੰ ਦੇ ਦਿਓ, ਫਲਾਨਿਆਂ ਨੂੰ ਦੇ ਦਿਓ, ਇਹ ਤੋੜਦੇ ਆ, ਪਰਿਵਾਰਾਂ ਨੂੰ ਤੋੜੂਗੇ। ਏਦਾਂ ਜੈਂਡਰ ਦੀ, ਲਿੰਗ ਭੇਦ ਦੀ, ਧਰਮਾਂ ਦੀ ਰਾਜਨੀਤੀ ਉਹੀ ਅਪਣਾਈ ਤੁਰੇ ਜਾ ਰਿਹਾ। ਹੁਣ ਤੁਸੀਂ ਦੇਖਣਾ ਇਹ ਆ, ਨਵੀਂ ਪੀੜ੍ਹੀ ਬਹੁਤ ਜਾਗਰੂਕ ਹੋ ਚੁੱਕੀ, ਇਹਨਾਂ ਨੇ ਨੰਬਰ ਲੈ ਕੇ ਇੱਥੇ ਦੀਆਂ ਬਹੁਤ ਚੰਗੀਆਂ ਸੰਸਥਾਵਾਂ ਨੂੰ, ਕੈਨੇਡਾ, ਅਮਰੀਕਾ ਦੇ ਵਿੱਚ ਵੀ ਉਹ ਮੂਵ ਕਰ ਗਏ, ਕਈ ਤਾਂ MP ਵੀ ਬਣ ਗਏ, ਬਹੁਤ ਅੱਗੇ ਵੀ ਨਿਕਲ ਗਏ। ਲੇਟੈਸਟ ਜਿਹੜੇ ਹੁਣ ਆਏ ਆ ਸਾਡੇ ਇੱਥੇ ਡਿਪਾਰਟਮੈਂਟਾਂ ਦੇ ਵਿੱਚ ਟਰਬਲ ਸ਼ੂਟਿੰਗ ਦੀ, ਸਾਈਬਰ ਸਿਕਿਉਰਿਟੀ ਦੀ, ਬਹੁਤ ਬਹੁਤੀਆਂ ਮੁਸ਼ਕਲਾਂ ਦੇ ਵਿੱਚ ਹੱਲ ਕਰਦੇ, ਤੇ ਗਵਰਨਮੈਂਟ ਉਹਨਾਂ ਨੂੰ ਲਾਈਕ ਕਰਦੀ ਆ ਵੀ ਇਹ ਬੰਦੇ ਵਧੀਆ, ਇਹਨਾਂ ਨੂੰ ਹੋਰ ਜੌਬ ਆਫਰ ਦਿੱਤੀ ਜਾਵੇ। ਸੋ ਇਹ ਇੰਟਰਨੈਸ਼ਨਲ ਲੈਵਲ ਤੇ ਥੋੜਾ ਜਿਹਾ ਉੱਠ ਕੇ ਦੇਖਣਾ ਚਾਹੀਦਾ। ਇਸ ਸੋਚ ਨੂੰ ਅਪਣਾਉਂਦੇ ਆ ਜਾਂ ਇਹ ਸੋਚ ਨੂੰ ਦੇਖਦੇ ਆ ਵੀ ਉਹਨਾਂ ਦਾ ਕਿੱਥੇ ਜੋ ਯੂਜ਼ ਉਹਨਾਂ ਨੂੰ ਕੀਤਾ ਜਾਵੇ, ਜਿਹੜੀ ਤੁਹਾਡੀ ਕਰੀਮ ਆ, ਤੁਹਾਡੇ ਬੱਚੇ ਆ, ਅਗਲੀ ਜਨਰੇਸ਼ਨ ਆ, ਉਹਨੂੰ ਕਿੱਦਾਂ ਸਾਂਭਣਾ ਆ, ਉਹਨੂੰ ਬੈਨੀਫਿਟ ਕੀ ਦੇਣੇ ਆ, ਕੀ ਰੁਜ਼ਗਾਰ ਦੇਣੇ ਆ, ਉਹਨਾਂ ਦੇ ਬੱਚਿਆਂ ਦਾ ਕੀ ਫਿਊਚਰ ਆ, ਜਿਹੜਾ ਇਹ ਸੋਚੂਗਾ ਉਸ ਬੰਦੇ ਨੂੰ ਹੀ ਵੋਟ ਪਾਣੀ ਚਾਹੀਦੀ ਆ। ਇਹ ਗੱਲਾਂ ਨੂੰ ਹੁਣ ਬਿਲਕੁਲ ਭੁੱਲ ਜਾਣਾ ਚਾਹੀਦਾ ਆ। ਤੇ ਮੀਡੀਆ ਨੂੰ ਵੀ ਅਸੀਂ ਇਹੀ ਕਹਿੰਦੇ ਵੀ ਇਹਦੇ ਉੱਤੇ ਪਿਛਲੀਆਂ ਯਾਦਾਂ ਨੂੰ ਬਿਲਕੁਲ ਰਿਪੀਟ ਕਰੀ ਜਾਓ, ਪਿਛਲੇ ਚੋਣ ਮੈਨੀਫੈਸਟੋ ਨੂੰ ਵੀ ਰਿਪੀਟ ਕਰੀ ਜਾਓ। ਇਹਨਾਂ ਦੇ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਉਣਾ ਚਾਹੀਦਾ। ਜੀ ਬਿਲਕੁਲ। ਤਾਂ ਤੁਸੀਂ ਕਿਹਾ ਕਿ ਪੰਜਾਬ ਚੋਂ ਨਿਕਲੇ, ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਲੀਡਰ ਬਣ ਗਏ, MP ਬਣ ਗਏ, ਉਹਨਾਂ ਨੇ ਆਪੋ ਆਪਣੇ ਕਾਰੋਬਾਰ ਖੋਲ੍ਹੇ, ਤਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਇੱਥੋਂ ਗਏ ਨੇ, ਉਹਨਾਂ ਦੇ ਦਿਲ, ਉਹਨਾਂ ਦੀਆਂ ਜੜ੍ਹਾਂ ਹਾਲੇ ਵੀ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਕਿ ਉਹ ਪੰਜਾਬ ਬਾਰੇ ਨਹੀਂ ਸੋਚਦੇ ਕਿ ਪੰਜਾਬ ਦੇ ਵਿੱਚ ਵੀ ਕੋਈ ਇੱਦਾਂ ਦੇ ਕਾਰਖਾਨੇ ਲਾਏ ਜਾਣ, ਕੋਈ ਕੰਪਨੀਆਂ ਲਗਾਈਆਂ ਜਾਣ, ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲ ਜਾਣ, ਬੱਚਿਆਂ ਨੂੰ ਜਿਸ ਤਰੀਕੇ ਦੇ ਨਾਲ ਉਹ ਵਿਛੜੇ ਨੇ ਆਪਣੇ ਮਾਪਿਆਂ ਤੋਂ, ਰਿਸ਼ਤੇਦਾਰਾਂ ਤੋਂ, ਬਾਕੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਉਹ ਆਪਣੇ ਮਾਪਿਆਂ ਤੋਂ, ਆਪਣੇ ਰਿਸ਼ਤੇਦਾਰਾਂ ਤੋਂ ਨਾ ਵਿਛੜ ਸਕੇ। ਜੀ ਇਹ ਕਾਜ਼ ਤਾਂ ਇਹੀ ਆ ਨਾ ਜੀ, ਪ੍ਰੋਬਲਮ ਤਾਂ ਵੈਰੀ ਮੱਚ ਇਹੀ ਆ ਰਹੀ ਆ। ਆਪਾਂ ਗੱਲ ਇਹੀ ਕਰਦੇ ਆ, ਸਾਰੇ ਕਿਤੇ ਇਹੀ ਹੁੰਦੀ ਆ ਵੀ ਜਿਹਦੇ ਘਰ ਦੇ ਵਿੱਚ ਦੇਖ ਲਓ, ਆਪਾਂ ਲਾਸਟ ਵਾਰੀ ਕਿਹਾ ਸੀਗਾ ਵੀ ਆਸਟ੍ਰੇਲੀਆ ਨੇ 2 ਮਹੀਨਿਆਂ ਦੇ ਲਈ ਵਿਜੇ ਦੀ ਫੀਸ ਵੇਵ ਕਰ ਦਿੱਤੀ, ਠੀਕ ਹੈ ਨਾ। ਉਹ ਇਸੇ ਕਰਕੇ ਕੀਤੀ ਆ, ਬਾਹਰੋਂ ਉਹਨਾਂ ਨੂੰ ਮਾਈਗ੍ਰੈਂਟ ਲੈਣੇ ਹੁੰਦੇ ਆ, ਉਹਨਾਂ ਨੂੰ ਪੂਰੇ ਰਾਈਟ ਦਿੰਦੇ ਆ, ਅਨਲਿਮਿਟਡ ਵਰਕ ਕਰਨ ਦਾ ਦਿੰਦੇ ਆ, ਵੀ ਹਾਰਡ ਵਰਕਰ ਕੌਮ ਆ। ਕੱਲਾ ਇਹ ਨਹੀਂ, ਚਲੋ ਹੋਰ ਕਿਤੇ ਵੀ ਲੈਂਦੇ ਆ, ਪਰ ਮੈਜੋਰਿਟੀ ਆਫ ਕੈਨੇਡਾ ਨੂੰ ਆਪਾਂ ਦੇਖੀਏ ਪੰਜਾਬੀ। ਉਹ ਤੋਂ ਬਾਅਦ ਇੰਨੀਆਂ ਫੋਨ ਕਾਲਸ ਆਈਆਂ, ਹੋਰ ਕਿਤੇ ਜਿਹੜੇ ਬਾਕੀ ਸਾਡੇ ਹੋਰ ਜਿਹੜੇ ਹਮਦਰਦ ਹੋਰ ਮੀਡੀਆ ਵਾਲੇ ਵੀ, ਉਹਨਾਂ ਦਾ ਵੀ ਇਹੀ ਰੁਝਾਨ ਆ, ਦੇਖਦੇ ਆ ਰੋਜ਼ ਬਈ ਕਿੱਦਾਂ ਪਰਿਵਾਰਾਂ ਦੇ ਪਰਿਵਾਰ ਈਵਨ ਵਿਜ਼ਟਰ ਵਿਜੇ ਤੇ ਵੀ ਜਾਣ ਨੂੰ ਤਿਆਰ ਆ। ਅਸੀਂ ਦੇਖਦੇ ਆ ਇੱਥੇ ਇੰਨੀ ਦੇਰ ਤੋਂ ਰਹਿੰਦੇ ਕਿ ਉਹ ਕਿੱਦਾਂ ਸੈੱਟ ਹੋਣਗੇ, ਕਿੰਨੇ ਮਹਿੰਗੇ ਘਰ ਹੋ ਗਏ ਇੱਥੇ, ਕਿੱਦਾਂ ਰਹਿਣਾ,
ਹਾਰਡ ਬਿੱਲ ਦੇਣੇ ਆ, ਸਾਰਾ ਕੁਝ ਉਹ ਨਹੀਂ ਦੇਖਦੇ ਪਏ। ਜੀ ਜੇ ਇਹਨਾਂ ਨੂੰ ਅੱਧੀਆਂ ਸਹੂਲਤਾਂ ਵੀ ਦੇ ਦਿੱਤੀਆਂ ਜਾਣ, ਬੜਾ ਨਵਦੀਪ ਜੀ ਸੋਚਣ ਵਾਲੀ ਗੱਲ ਆ। ਜੇ ਕੈਲਕੂਲੇਟ ਕਰੇ, ਇਹ ਵੀ ਲੀਡਰ ਵੀ ਬਾਹਰ ਆਉਂਦੇ ਨੇ ਜੋ ਕਾਫੀ ਸਾਰੇ ਦੇਖਦੇ ਆ, ਸਾਰਾ ਹੁਣ ਪਤਾ। ਜੇ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤੇ ਨਾਲ ਨਾਲ ਜਿਹੜੇ ਪੁਰਾਣੇ ਸਾਡੇ ਬੰਦੇ ਆਏ ਹੋਏ ਆ ਇੱਥੇ, ਜਿਨ੍ਹਾਂ ਦੇ ਕਾਫੀ ਬਿਜ਼ਨਸ ਆ, ਉਹ ਚਾਹੁੰਦੇ ਆ ਵੀ ਅਸੀਂ ਉੱਥੇ ਇਨਵੈਸਟ ਕਰੀਏ। ਪੰਜਾਬ ਉਹਨਾਂ ਦਾ ਹਰ ਵੇਲੇ ਧਿਆਨ ਲੱਗਾ ਜਾਂਦਾ। ਹੁਣ ਵੀ ਉਹ ਯੂਪੀ ਵਿੱਚ ਵੀ ਜਾ ਰਹੇ ਆ, ਰਕੇਸ਼ ਟਕੈਤ ਨੂੰ ਵੀ ਉਹਨਾਂ ਨੇ ਮਿਲਣਾ, ਕਈਆਂ ਨੇ ਮਿਲਣਾ, ਬਹੁਤ ਸਾਰੀ। ਮੈਂ ਇੰਡਸਟਰੀ ਤੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਥੇ। ਉਹ ਚਾਹੁੰਦੇ ਆ ਵੀ ਅਸੀਂ ਉੱਥੇ ਇਨਵੈਸਟਮੈਂਟ ਕਰੀਏ, ਕੋਈ ਜੂਸ ਡੱਬਾ ਬੰਦ ਪੈਕਿੰਗ ਦੀਆਂ ਫੈਕਟਰੀਆਂ। ਹੁਣ ਤੁਹਾਨੂੰ ਮੈਂ ਦੱਸਦਾ ਵੀ ਬੈਲਜੀਅਮ ਯੂਰਪ ਦੇ ਵਿੱਚ ਛੋਟਾ ਜਿਹਾ ਆ, ਉਹਨਾਂ ਦੇ ਚਾਕਲੇਟ ਸਾਰੀ ਦੁਨੀਆ ਤੇ ਮਸ਼ਹੂਰ ਹੈ, ਇੱਕ ਚਾਕਲੇਟ ਹੀ ਬਣਾਉਂਦੇ ਆ। ਤੁਸੀਂ ਪੰਜਾਬ ਨੂੰ ਇਦਾਂ ਦੀ ਇੰਡਸਟਰੀ ਦੇ ਦਿਓ, ਉਹਦਾ ਰਾਹ ਖੋਲ ਦਿਓ ਵੀ ਇਹ ਤਾਂ ਇੱਥੇ ਰੁਜ਼ਗਾਰ ਇੰਨਾ ਹੋ ਜਾਊਗਾ ਵੀ ਤੁਸੀਂ ਡਾਲਰਾਂ ਦੇ ਵਿੱਚ ਤਨਖਾਹ, ਈਵਨ ਬਾਹਰਲੀਆਂ ਕੰਪਨੀਆਂ ਇੰਟਰਨੈਟ ਵਾਲੀਆਂ ਡਾਲਰਾਂ ਦੇ ਵਿੱਚ ਤੁਹਾਨੂੰ ਘਰ ਬੈਠੇ ਤਨਖਾਹਾਂ ਦੇਣ ਨੂੰ ਤਿਆਰ ਆ। ਜੇ ਇਹਨੂੰ ਸਬਸਿਡੀਆਂ ਜਾਂ ਇਹਨਾਂ ਨੂੰ ਬੈਨੀਫਿਟ ਜਾਂ ਵਿਆਜ ਰਹਿਤ ਕਰਦੇ ਦੇਣਗੇ ਤਾਂ ਬਾਹਰ ਵਾਲੇ ਲੋਕੀ ਵੀ ਆ ਕੇ ਇਨਵੈਸਟਮੈਂਟ ਕਰਨ ਨੂੰ ਤਿਆਰ ਆ, ਬਹੁਤ ਵੱਡੀਆਂ ਕੰਪਨੀਆਂ। ਇੱਧਰ ਦੇਖਣ ਦੀ ਗੱਲ ਆ ਜੀ ਜੀ। ਤੇ ਇਹ ਤਾਂ ਸੀਗਾ ਕਿ NRI ਭਾਈਚਾਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਜ਼ਿਆਦਾ ਸੋਚਦਾ ਹੈ, ਉਹਨਾਂ ਨੂੰ ਫਿਕਰ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਵੀ ਹਾਲਾਤ ਉਹੀ ਨੇ ਜੋ ਅਸੀਂ 50 ਸਾਲ ਪਹਿਲਾਂ ਬਾਹਰ ਗਏ ਸੀ ਉਹ ਸੀਗੇ, ਤੇ ਹੁਣ ਤਾਂ ਹਾਲਾਤ ਹੋਰ ਵੀ ਬਦ ਤੋਂ ਬੱਤਰ ਹੋ ਗਏ ਨੇ। ਕਮ ਸੇ ਕਮ ਉਦੋਂ ਇੰਨੀ ਮਹਿੰਗਾਈ ਤਾਂ ਨਹੀਂ ਸੀਗੀ, ਹੁਣ ਤਾਂ ਲੀਡਰਾਂ ਨੇ ਆਪਣੇ ਘਰ ਭਰ ਲਏ ਨੇ, ਪਰ ਲੋਕ ਨੇ ਜਿਹੜੇ ਉਹ ਕੰਗਾਲ ਕਰ ਦਿੱਤੇ ਨੇ। ਤਾਂ ਇਸ ਦੇ ਨਾਲ ਹੀ ਆਪਾਂ ਇੱਕ ਤੁਸੀਂ ਗੱਲ ਕੀਤੀ ਸੀ ਕਿ ਜਦੋਂ ਕੋਈ ਗਲਤ ਕਰਦਾ ਤਾਂ ਦਿੱਲੀ ਦੇ ਵਿੱਚੋਂ ਆ ਕੇ ਕਿਸੇ ਦੀ ਕੋਈ ਗੱਲ ਹੁੰਦੀ ਆ ਤਾਂ ਉਸ ਦੇ ਮਗਰ ਸਾਰੇ ਪੈ ਜਾਂਦੇ ਨੇ, ਤਾਂ ਉਹ ਸੋਚਦੇ ਨੇ ਵੀ ਅਸੀਂ ਕੀ ਲੈਣਾ, ਤਾਂ ਉਹ ਚੁੱਪ ਕਰਕੇ ਵਾਪਸ ਹੀ ਮੁੜ ਜਾਂਦੇ ਨੇ। ਅਸੀਂ ਕੀ ਲੈਣਾ ਤੋਂ ਮੈਨੂੰ ਯਾਦ ਆਇਆ ਕਿ ਪਿਛਲੇ ਹਫਤੇ ਈਡੀ ਦੇ ਛਾਪੇ ਬੜੇ ਅਹਿਮ ਰਹੇ। ਹਰ ਇੱਕ ਟੀਵੀ ਚੈਨਲ ਤੇ ਉਹਨਾਂ ਦੀਆਂ ਹੀ ਗੱਲਾਂ ਸੀ, ਉਹਨਾਂ ਦੀਆਂ ਤਸਵੀਰਾਂ ਸੀ, ਉਹਨਾਂ ਦੀਆਂ ਹੀ ਬ੍ਰੇਕਿੰਗ ਸੀ ਕਿ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਨੇ ਛਾਪੇਮਾਰੀ ਕੀਤੀ, ਕਰੋੜਾਂ ਰੁਪਏ ਉੱਥੋਂ ਜ਼ਬਤ ਕੀਤੇ। ਤਾਂ ਉੱਥੇ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਦੇ ਬਿਆਨ ਆਏ। ਸਭ ਤੋਂ ਅਹਿਮ ਬਿਆਨ ਸੀ ਜੋ ਉਹ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ। ਕੈਪਟਨ ਅਮਰਿੰਦਰ ਸਿੰਘ ਨੇ ਬੜੇ ਹੀ ਸੁਖਾਲੇ ਜਿਹੇ ਢੰਗ ਨਾਲ ਕਹਿ ਦਿੱਤਾ ਕਿ ਮੈਨੂੰ ਤਾਂ ਜੀ ਇਹ ਪਹਿਲੇ ਪਤਾ ਸੀ ਕਿ ਰੇਤ ਮਾਫੀਆ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਜਾਂ ਉਹਦੇ ਰਿਸ਼ਤੇਦਾਰਾਂ ਦਾ ਪੂਰਾ ਹੱਥ ਹੈ, ਪਰ ਉਦੋਂ ਮੈਂ ਇਹਨੂੰ ਸੀਰੀਅਸ ਨਹੀਂ ਲਿਆ। ਤਾਂ ਉਦੋਂ ਸੀਰੀਅਸ ਨਹੀਂ ਲਿਆ, ਉਹ ਘੁਟਾਲੇ ਕਰਦੇ ਗਏ। ਮਤਲਬ ਅਸੀਂ ਉਹਨਾਂ ਦੇ ਬਿਆਨ ਦੇ ਨਾਲ ਰਿਲੇਟਡ ਹੀ ਗੱਲ ਕਰਦੇ ਹਾਂ ਕਿ ਜਿਸ ਤਰੀਕੇ ਦਾ ਉਹਨਾਂ ਦਾ ਬਿਆਨ ਸੀ ਕਿ ਉਹ ਆਪਣੇ ਘੁਟਾਲੇ ਕਰਦੇ ਗਏ, ਉਹ ਆਪਣੇ ਘਰ ਭਰਦੇ ਗਏ ਰਹੇ, ਪਰ ਕੈਪਟਨ ਸਾਹਿਬ ਕੁਝ ਨਹੀਂ ਬੋਲੇ, ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਉਹਨਾਂ ਤੇ ਤੰਜ ਕੱਸੇ ਨੇ। ਤੁਹਾਡਾ ਇਸ ਬਾਰੇ ਤੇ ਕੀ ਕਹਿਣਾ? ਅਸੀਂ ਤਾਂ ਇੱਥੇ ਦੇ ਜੋ ਦੇਖਦੇ ਆ ਉਦਾਂ ਦਾ ਸਾਨੂੰ ਦਿਸਦਾ ਆ। ਅਸੀਂ ਜੋ ਸਾਨੂੰ ਲੱਗਦਾ ਵੀ ਇਦਾਂ ਦਾ ਉੱਥੇ ਹੋਣਾ ਚਾਹੀਦਾ ਆ। ਐਨਫੋਰਸਮੈਂਟ ਡਾਇਰੈਕਟੋਰੇਟ ਸਾਡੇ ਵੀ ਇੱਥੇ ਹੈਗੀਆਂ ਸਿਕਿਉਰਿਟੀ ਦੇ ਵਿੱਚ, ਇੱਥੇ ਵੀ ਇਦਾਂ ਦੇ ਡਿਪਾਰਟਮੈਂਟਸ ਹੈਗੇ ਆ। ਉਹ ਸਫੀਸ਼ੀਐਂਟ ਐਵੀਡੈਂਸ ਪਹਿਲਾਂ ਇਕੱਠੇ ਕਰਦੇ ਆ, ਬਹੁਤ ਸਾਰੇ ਪ੍ਰੂਫ ਇਕੱਠੇ ਕਰਦੇ ਆ, ਦੇਖਦੇ ਆ, ਉਹਨੂੰ ਬਾਚ ਕਰਦੇ ਆ, ਮੋਨੀਟਰ ਕਰਦੇ ਆ, ਇਨਵੈਸਟੀਗੇਸ਼ਨ ਪ੍ਰਾਈਵੇਟ ਕਰਦੇ ਆ, ਫੇਰ ਜਾ ਕੇ ਕਿਤੇ ਉਹ ਇਦਾਂ ਦਾ ਹੁੰਦਾ। ਪਰ ਇੱਥੇ ਦੇਖਣ ਵਾਲੀ ਗੱਲ ਹੈਰਾਨੀ ਇਹ ਹੁੰਦੀ ਆ ਵੀ ਜਿਹੜੀ ਇਹ ਈਡੀ ਆ, ਈਡੀ ਕੱਲਾ ਰੇਡ ਇੱਕੋ ਹੀ ਪਾਰਟੀ ਤੇ ਕਿਉਂ ਕਰਦੀ ਆ? ਹਾਂ, ਜਿਹੜੀਆਂ ਉਹਦੀਆਂ ਵਿਰੋਧੀ ਪਾਰਟੀਆਂ ਆ, ਤੇ ਉਸੇ ਪਾਰਟੀ ਨੂੰ ਡੰਗ ਕਿਉਂ ਮਾਰਦੀ ਈਡੀ? ਬਾਕੀਆਂ ਲਈ ਵੀ ਹੁਣ ਅਸੀਂ ਚਾਹੁੰਦੇ ਆ ਵੀ ਇਹ ਬਹੁਤ ਵਧੀਆ ਹੋਇਆ, ਇਦਾਂ ਦੇ ਪੈਸੇ ਫੜਨੇ ਚਾਹੀਦੇ ਆ। ਸਾਰੇ ਬਾਹਰ ਵਾਲੇ ਭਰਾਵਾਂ ਨਾਲ, NRI ਭਰਾਵਾਂ ਨਾਲ, ਕਾਫੀ ਸੰਸਥਾਵਾਂ ਨਾਲ ਗੱਲਬਾਤ ਹੋਈ, ਇਹ ਬਹੁਤ ਚੰਗਾ ਆ ਈਡੀ ਨੇ ਰੇਡ ਮਾਰ ਰਿਹਾ। ਪਰ ਇਹ ਸਾਰੇ MLA ਤੇ ਮਾਰਨ ਪਹਿਲਾਂ, ਹੱਲੇ ਵੀ ਮਾਰਦੇ ਹਨ, ਬਾਕੀਆਂ ਤੇ ਕਿਉਂ ਨਹੀਂ ਮਾਰਦੇ? ਬਾਕੀ ਲੀਡਰਾਂ ਤੇ ਕਿਉਂ ਨਹੀਂ ਕਰਦੇ? ਜਿਹੜੇ ਤਕੜੇ ਹੋਰ ਬੰਦੇ ਆ ਜਿਨ੍ਹਾਂ ਦਾ ਇੰਨਾ ਅਖਬਾਰਾਂ 'ਚ ਜਾਂ ਨਿਊਜ਼ ਪੇਪਰਾਂ 'ਚ ਹੋਰ ਕਿਤੇ ਰੌਲਾ ਪੈਂਦਾ ਹੈ, ਕਿੱਦਾਂ ਬਣ ਗਏ ਆ ਡੱਡੇ, ਉਹਨਾਂ ਦੇ ਹੋਟਲ ਬਣ ਗਏ, ਕਈਆਂ ਦੀਆਂ ਫੈਕਟਰੀਆਂ ਬਣ ਗਈਆਂ, ਕਈਆਂ ਦੇ ਮਤਲਬ ਕੋਈ ਇਦਾਂ ਦੇ ਘਪਲੇ ਚੱਲਦੇ ਆ, ਡਰੱਗ ਵੇਚਦੀ ਆ, ਉੱਥੇ ਈਡੀ ਕਦੀ ਜਾਂਦੀ ਨਹੀਂ ਹੈਗੀ। ਈਡੀ ਕੱਲੀ ਆਪੋਜੀਸ਼ਨ ਤੇ ਜਾਂਦੀ ਆ। ਅਸੀਂ ਚਾਹੁੰਦੇ ਆ ਵੀ ਸਾਰੇ ਈਡੀ ਸਾਰਿਆਂ ਤੇ ਰਲ ਕੇ ਧਿਆਨ ਮਾਰੇ, ਸਾਰੀਆਂ ਪਾਰਟੀ, BJP ਦੇ ਵੀ ਲੀਡਰਾਂ ਤੇ, ਦੂਜਿਆਂ ਤੇ ਵੀ, ਸਰਕਾਰ ਦੇ ਜਿਹੜੇ ਆਪਣੇ ਕਰਿੰਦੇ ਵੀ ਕਰਪਸ਼ਨ ਕਰਦੇ ਉਹਨਾਂ ਤੇ ਵੀ ਈਡੀ ਮਾਰੇ। ਈਡੀ ਨੂੰ ਈਡੀ ਸੋ ਇੱਥੇ ਤਾਂ ਪੁਲਿਸ ਨੂੰ ਪੁਲਿਸ ਵਾਲਾ ਵੀ ਨਹੀਂ ਕੋਈ ਬਖਸ਼ਦਾ। ਜੇ ਪੁਲਿਸ ਵਾਲਾ ਵੀ ਕੋਈ ਗਲਤ ਕੰਮ ਕਰਦਾ ਉਹਨੂੰ ਵੀ ਕੋਰਟ ਦੇ ਵਿੱਚ ਆਮ ਸਿਟੀਜ਼ਨ ਵਾਂਗੂ ਖੜ ਕੇ ਪੇਸ਼ ਹੋਣਾ ਪੈਂਦਾ ਵੀ ਤੂੰ ਫਾਈਨ ਵੀ ਕਿੱਦਾਂ ਦਿੱਤਾ। ਏਦਾਂ ਵੀ ਪੁੱਛਿਆ ਜਾਂਦਾ ਇੱਥੇ ਨਵਦੀਪ ਜੀ ਵੀ ਜੇ ਤੂੰ ਫਾਈਨ ਦਿੱਤਾ ਵੀ ਤੂੰ ਇਹ ਕਿੱਦਾਂ ਦਿੱਤਾ, ਉਹਦਾ ਫਿਰ ਜੱਜ ਜਾਂ ਸੁਪਰੀਮ ਕੋਰਟ 'ਚ ਉਹ ਬਿਲਕੁਲ ਉਹ ਬੇਵ ਹੋ ਜਾਂਦਾ। ਪਰ ਇੱਥੇ ਤਾਂ ਹੈਰਾਨੀ ਹੁੰਦੀ ਵੀ ਸ਼ਰੇਆਮ ਦੱਸਦਾ ਵੀ ਈਡੀ ਬਹੁਤ ਵਧੀਆ ਕੰਮ ਕਰਦੀ, ਅਸੀਂ ਤਾਂ ਕਹਿੰਦੇ ਕਰੇ, ਪਰ ਕੱਲਾ ਇੱਕੋ ਪਾਰਟੀ ਨੂੰ ਪੈਂਦੀ ਆ, ਉਹ ਬਾਕੀਆਂ ਨੂੰ ਨਹੀਂ ਹੱਥ ਲਾਉਂਦੀ ਹੈਗੀ। ਜਿੱਦਾਂ ਕਬੱਡੀ ਦੇ ਵਿੱਚ ਇੱਕ ਮਾੜੇ ਪਲੇਅਰ ਨੂੰ ਹੱਥ ਲਾਉਣ ਨੂੰ ਖੁਸ਼ ਕਰਦਾ, ਇਹ ਇੱਕ ਹੈਰਾਨੀ ਹੁੰਦੀ ਆ। ਬੜਾ ਇਹ ਹਾਸੋ ਹੋਣਾ ਵੀ ਆ ਤੇ ਬੜਾ ਤਰਸੇਮਾ ਵੀ ਆ। ਇਹ ਦੁਖਾਂਤ ਰਹੀ ਆਈ ਆ, ਇਹ ਡਿਕਟੇਟਰਸ਼ਿਪ ਹੀ ਆ, ਇਹ ਲੋਕਤੰਤਰ ਦੇ ਵਿੱਚ ਡਿਕਟੇਟਰਸ਼ਿਪ ਦੀ ਗੱਲ ਹੁੰਦੀ ਆ। ਜੀ ਬਿਲਕੁਲ ਜੀ। ਤੇ ਕਰਨੈਲ ਸਿੰਘ ਜੀ, ਸਮਾਂ ਸਾਡੇ ਕੋਲ ਬਿਲਕੁਲ ਵੀ ਨਹੀਂ ਰਿਹਾ, ਪਰ ਜਾਂਦੇ ਜਾਂਦੇ ਚੰਦ ਸ਼ਬਦ ਹੈ ਜਿਹੜੇ ਉਹ ਤੁਸੀਂ 485 ਵੀਜ਼ਾ ਵਾਲੇ ਲਈ ਜ਼ਰੂਰ ਕਹੋ, ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਉਹਨਾਂ ਦੇ ਲਈ ਹੋਵੇ ਤਾਂ।
ਬਿਲਕੁਲ ਜੀ, ਉਹ ਬਹੁਤ ਵਾਰੀ ਕਹਿੰਦੇ ਰਹਿੰਦੇ ਆ 18 ਫਰਵਰੀ 18 ਫਰਵਰੀ ਦਿੱਤੀ ਹੋਈ ਆ, ਜਿਹੜਾ ਹੁਣ ਫਰਵਰੀ ਆਉਣੇ ਵਾਲਾ ਆ, ਜੀ ਤੇ ਸਕੂਲ ਵੀ ਖੋਲਣ ਜਾ ਰਹੇ ਆ, ਉਹਦੇ ਵਿੱਚ ਵੀ ਕਾਫੀ ਗਵਰਨਮੈਂਟ ਇੰਤਜ਼ਾਮ ਕਰਦੀ ਪਈ ਆ, ਉਮੀ ਕਰੋਨਾ ਦਾ ਵੀ। 18 ਫਰਵਰੀ ਤੋਂ ਉਹਨਾਂ ਨੇ ਪਰਸਨਲ ਆਪਣੀਆਂ ਅੱਗੇ ਵੀ ਕਿਹਾ ਸੀ, ਸਾਨੂੰ ਬਕਾਇਦਾ ਡਿਪਾਰਟਮੈਂਟ ਤੋਂ ਈਮੇਲ ਆਉਂਦੀ ਆ 21 ਜਿਸ ਕੰਪਨੀ ਨਾਲ ਅਸੀਂ ਕੰਮ ਕਰਦੇ ਵੀਜ਼ਾ ਐਕਸਪਰਟਿਜ਼, ਉਹਨਾਂ ਦੇ 21 ਤੋਂ ਜ਼ਿਆਦਾ ਵਕੀਲ ਇਮੀਗ੍ਰੇਸ਼ਨ ਦੇ ਮਾਹਰ ਬੈਠੇ ਆ। 15 ਆਫਿਸ ਆ ਉਹਨਾਂ ਦੇ ਵਿੱਚ, 15 ਆਫਿਸ ਆਸਟ੍ਰੇਲੀਆ ਦੇ ਵਿੱਚ ਆ, ਉਹਨਾਂ ਨੂੰ ਪੁੱਛ ਕੇ ਅਸੀਂ ਨਿਊਜ਼ ਕਰਦੇ ਹੁੰਦੇ ਆ, ਤੇ ਉਹ ਤੁਸੀਂ ਉਹਨੇ ਸਾਈਟ ਤੇ ਚੈੱਕ ਕਰਨਾ, ਆਪਣੀ ਪਰਸਨਲ ਈਮੇਲ ਵੀ ਆਊਗੀ ਉਹਨਾਂ ਨੂੰ, ਉਹ ਸਾਰੇ ਐਲੀਜੀਬਲ ਆ ਵਾਪਸ ਆਉਣ ਲਈ 18 ਫਰਵਰੀ ਤੋਂ ਬਾਅਦ। ਪਰ ਕਿਸੇ ਬੰਦੇ ਦਾ ਕੋਈ ਪਰਸਨਲ ਸਰਕਮਸਟੈਂਸਸ ਹੁੰਦੇ ਆ, ਉਹ ਜ਼ਰੂਰ ਚੈੱਕ ਕਰ ਲਵੇ। ਜਿਨ੍ਹਾਂ ਨੇ ਨਵੇਂ ਆਉਣੇ ਆ ਵੀਜ਼ੇ, ਉਹਨਾਂ ਦੀ ਫੀਸ ਮਾਫ ਆ, ਜਿਹੜੇ ਨਵੇਂ ਸਟੂਡੈਂਟ ਵੀ ਆਉਣੇ ਉਹਨਾਂ ਨੂੰ ਵੀ ਕਾਫੀ ਨੂੰ 19 ਮਾਰਚ ਤੱਕ ਫੀਸ ਜਿਹੜੀ ਆ ਉਹ ਵੇਵ ਹੋ ਜਾਊਗੀ। ਠੀਕ ਹੈ ਜੀ, ਤੇ ਸਾਰੇ ਜਿਹੜੇ ਜ਼ਰੂਰ ਆਪਣਾ ਧਿਆਨ ਰੱਖਣ ਡਿਪਾਰਟਮੈਂਟ ਦਾ 18 ਫਰਵਰੀ ਤੋਂ ਉਹ ਆ ਸਕਦੇ ਆ ਜੀ। ਕਰਨੈਲ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਸਾਰੀਆਂ ਹੀ ਖਬਰਾਂ ਤੇ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਜੀ। ਥੈਂਕ ਯੂ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਦਾ। ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਪਿਆਰ ਕਰਦੇ ਹੋ, ਬਹੁਤ ਪਸੰਦ ਕਰਦੇ ਹੋ। ਹੋਰ ਵੀ ਜ਼ਿਆਦਾ ਉਦੋਂ ਚੰਗਾ ਲੱਗਦਾ ਜਦੋਂ ਤੁਸੀਂ ਆਪਣੇ ਸੁਝਾਅ ਦਿੰਦੇ ਹੋ, ਤੇ ਕਈ ਸਾਡੇ ਨਾਲ ਰਾਜ਼ੀ ਨਹੀਂ ਹੁੰਦੇ, ਉਹਨਾਂ ਦੇ ਸੁਝਾਅ ਵੀ ਸਿਰ ਮੱਥੇ ਹੁੰਦੇ ਨੇ ਜੀ, ਕਿਉਂਕਿ ਕਈ ਜਿਹੜੀਆਂ ਨਿੱਕੀਆਂ ਉਣਤਾਈਆਂ ਨੇ ਉਹ ਸਾਡੇ ਤੋਂ ਵੀ ਹੋ ਜਾਂਦੀਆਂ ਨੇ, ਨਿੱਕੀਆਂ ਗੱਲਾਂ ਨੇ ਸਾਡੇ ਤੋਂ ਵੀ ਕਈ ਵਾਰੀ ਗਲਤ ਕਹੀਆਂ ਜਾਂਦੀਆਂ ਨੇ, ਇਨਫੋਰਮੇਸ਼ਨ ਐਸੀ ਵੈਸੀ ਇੱਧਰ ਉੱਧਰ ਹੋ ਜਾਂਦੀ ਹੈ, ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸਹੀ ਤੇ ਸਟੀਕ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਵੇ। ਇਸ ਲਈ ਮੈਂ ਹਰ ਵਾਰ ਤੁਹਾਨੂੰ ਕਹਾਂਗੀ, ਭਾਵੇਂ YouTube ਹੈ ਭਾਵੇਂ Facebook ਹੈ, ਤੇ ਤੁਸੀਂ ਆਪਣੇ ਸੁਝਾਅ ਸਾਨੂੰ ਅਕਸਰ ਦਿੰਦੇ ਰਿਹਾ ਕਰੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।